ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਕੀ ਫਤਿਹ। ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ ਹੈ। ਸਾਡਾ ਪ੍ਰੋਗਰਾਮ ਹੈ ਟਿਪਸ ਫॉर ਗੁੱਡ ਲਾਈਫ। ਤੇ ਪਹਿਲਾਂ ਸਭ ਤੋਂ ਧੰਨਵਾਦ ਵੌਇਸ ਆਫ ਮਾਨਵਤਾ ਟੀਵੀ ਦਾ, ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਹੈ ਪ੍ਰੋਗਰਾਮ ਦੇ ਲਈ। ਤੇ ਸਾਡੇ ਪ੍ਰੋਗਰਾਮ ਦਾ ਨਾਮ ਹੈ, ਸਾਡੇ ਨਿਤਨੇਮ ਦੇ ਵਿੱਚੋਂ, ਖਾਸ ਤੌਰ ਤੇ ਜਪਜੀ ਸਾਹਿਬ ਦੇ ਵਿੱਚੋਂ ਸਾਨੂੰ ਕੀ ਸਹਾਇਤਾ ਮਿਲਦੀ ਹੈ ਕਿ ਵੀ ਅਸੀਂ ਜਿਹੜਾ ਕੋਵਿਡ ਦੀ ਸਿਚੁਏਸ਼ਨ ਹੈ ਨਾ ਡੀਲ ਕਰ ਸਕੀਏ। ਸੋ ਜਪਜੀ ਸਾਹਿਬ ਤੇ ਕੋਵਿਡ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹ ਕ੍ਰਾਈਸਿਸ ਨੂੰ ਹੈਂਡਲ ਕਰ ਸਕੀਏ ਗੁਰਬਾਣੀ ਤੋਂ ਓਟ ਲੈ ਕੇ। ਸੋ ਸਰੋਤਿਆਂ ਨੂੰ ਤੇ ਪਾਰਟਿਸਪੈਂਟ ਨੂੰ ਪਹਿਲਾਂ ਅਗੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਸਲਾਮ, ਰਾਮ ਰਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨ। ਤੇ so I'll give a little introduction in English to start with. Our program is again tips for good life, and I want to welcome our participant Dr. Kulwinder Singh Khalsa from Amritsar and Gyani Dharam Singh ji, who's a co-anchor from Australia. And our program is what kind of insights from Japji Sahib and Nitnem Baniya we can have to deal with our critical situation with COVID these days. So as you know, the COVID is a serious situation. It's a worldwide pandemic, and it's often seen in the form of, fever, cough, breathing difficulties, and so much so that if not treated well and becomes severe, then it can require hospitalization, and they may end up in pneumonia and kidney failure and eventually death. So it's a serious disorder. The only way we can really take care of ourselves is by being cautious, and that cautious mainly involves hand washing, frequent hand washing, and social distancing. We really don't have any effective medications available. So to be able to deal with this illness effectively, I think we need a lot of support at a personal level as well as family and community level. Now I'm going to turn to Gyani Dharam Singh ji and ask him to tell us how Japji Sahib ਸਾਡੇ ਲਈ ਹੈਲਪਫੁਲ ਹੋ ਸਕਦਾ ਹੈ to deal with COVID situation. ਗਿਆਨੀ ਧਰਮ ਸਿੰਘ ਜੀ। ਮੇਰੇ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮੇਘਰਾਜ ਸਿੰਘ ਜੀ, ਡਾਕਟਰ ਕਿਰਪਾਲ ਸਿੰਘ ਜੀ ਤੇ ਹੋਰ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਜਿੱਥੋਂ ਤੱਕ ਗੁਰਬਾਣੀ ਦਾ ਸੰਬੰਧ ਆ ਸਾਡੇ ਜੀਵਨ ਦੇ ਨਾਲ ਰੋਗਾਂ ਸੋਗਾਂ ਤੋਂ ਮੁਕਤ ਹੋਣ ਦਾ, ਤੇ ਉਹਦੇ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਨੇ, ਨਿਰਮਲ ਕਾਇਆ ਊਜਲ ਹੰਸਾ, ਤਿਸ ਵਿੱਚ ਨਾਮ ਨਿਰੰਜਨ ਅੰਸਾ, ਸਗਲੇ ਦੁੱਖ ਅੰਮ੍ਰਿਤ ਕਰ ਪੀਵੈ, ਬਾਹੁੜ ਦੁੱਖ ਨਾ ਲਾਏਂਦਾ। ਉਹਦਾ ਭਾਵ ਆ ਕਿ ਜੇ ਕਾਇਆ ਜਿਹੜੀ ਸਾਡੀ ਆਤਮਾ ਆ, ਜੇ ਉਹ ਪਵਿੱਤਰ ਆ ਤੇ ਸਰੀਰ ਵੀ ਜਿਹੜਾ ਆ ਉਹ ਰੋਗਾਂ ਤੋਂ ਮੁਕਤ ਹੋ ਜਾਂਦਾ ਆ। ਤੇ ਜਪਜੀ ਸਾਹਿਬ ਦੇ ਅੰਦਰ ਸਭ ਤੋਂ ਪਹਿਲੇ ਇਹਨਾਂ ਹੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਪਹਿਲੇ ਮੂਲ ਮੰਤਰ ਆ, ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਸਰੂਪ ਬਿਆਨ ਕੀਤਾ ਗਿਆ, ਉਹਦੇ ਗੁਣਾਂ ਦਾ ਵਰਣਨ ਆ ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਆ। ਤੇ ਫਿਰ ਜਿੱਥੋਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਸ਼ੁਰੂ ਹੁੰਦੀ ਆ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕਿਉਂਕਿ ਬਹੁਤ ਸਾਰੀ ਮਨੁੱਖਤਾ ਕਰਮ ਕਾਂਡਾਂ ਦੇ ਵਿੱਚ ਫਸੀ ਹੋਈ ਆ। ਬਾਹਰੀ ਤੌਰ ਤੇ ਕਰਮ ਕਾਂਡ ਕਰ ਲੈਣੇ, ਤੀਰਥਾਂ ਤੇ ਇਸ਼ਨਾਨ ਕਰ ਲੈਣਾ, ਮੋਨੀ ਬਣ ਜਾਣਾ, ਜਾਂ ਜਿਹੜਾ ਇਹੋ ਜਿਹੇ ਹੋਰ ਕਰਮ ਕਾਂਡ ਨੇ ਉਹਨਾਂ ਨੂੰ ਕਰਦੇ ਨੇ। ਪਰ ਆਤਮਿਕ ਤੌਰ ਤੇ ਜਿਹੜੇ ਵਿਸ਼ੇ ਵਿਕਾਰ ਨੇ, ਜਿਹੜੀ ਈਰਖਾ ਨਿੰਦਾ ਚੁਗਲੀਆਂ ਤ੍ਰਿਸ਼ਨਾ ਦੇ ਵਿੱਚ ਫਸਿਆ ਰਹਿੰਦਾ ਮਨੁੱਖ, ਤੇ ਉਹਦੇ ਨਾਲ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਅੰਦਰ ਆਤਮਾ ਜਿਹੜਾ ਉਹ ਪਵਿੱਤਰ ਨਹੀਂ ਹੋ ਸਕਦਾ। ਸੋਚਿਆ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵ ਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ। ਪਰ ਉਹ ਸਾਰਾ ਜ਼ਿਕਰ ਕਰਕੇ ਤੇ ਅਖੀਰ ਦੇ ਵਿੱਚ ਬੜੀ ਪਿਆਰੀ ਗੱਲ ਕਹੀ ਆ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਚੱਲਣਾ ਜਿਹੜਾ ਇਹ
ਸਾਡੇ ਸੁੱਖਾਂ ਦਾ ਸਾਧਨ ਬਣ ਜਾਂਦਾ ਆ, ਸਾਡੇ ਸਚਿਆਰ ਹੋਣ ਦਾ ਰੂਪ ਬਣ ਜਾਂਦਾ ਆ। ਇਹ ਸਾਨੂੰ ਗੁਰਬਾਣੀ ਤੋਂ ਸੇਧ ਮਿਲਦੀ ਆ। ਹੋਰ ਵੀ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇਹ ਬਾਰ-ਬਾਰ ਕਿਹਾ ਕਿ ਜੋ ਜੋ ਦੀਸਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਤੇ ਜਦੋਂ ਰੋਗਾਂ ਦੀ ਗਿਣਤੀ ਕੀਤੀ ਆ, ਉਹ ਬਹੁਤੇ ਰੂਪ ਦੇ ਵਿੱਚ ਸਾਡੇ ਆਤਮਿਕ ਜਿਹੜੇ ਰੋਗ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀਆਂ ਆਦਿਕ। ਤੇ ਇਹਨਾਂ ਰੋਗਾਂ ਦਾ ਜ਼ਿਕਰ ਵੀ ਫਿਰ ਅੱਗੇ ਗੁਰੂ ਜੀ ਨੇ ਕੀਤਾ। ਉਹਦੇ ਨਾਲ ਨਾਲ ਜਿਹੜੇ ਸਾਡੇ ਸਰੀਰਕ ਰੋਗ ਨੇ ਉਹਨਾਂ ਦਾ ਕਾਰਨ ਵੀ ਇਹੋ ਹੀ ਰੋਗ ਬਣਦੇ ਨੇ। ਸਤਿਗੁਰੂ ਜੀ ਦੇ ਬੜੇ ਪਿਆਰੇ ਬਚਨ ਨੇ, ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੈ, ਭੋਗੋਂ ਰੋਗ ਸੋ ਅੰਤ ਵਿਗੋਵੈ। ਕਿ ਸਵਾਦਾਂ ਤੋਂ ਰੋਗ, ਕੋਈ ਜ਼ਿਆਦਾ ਮਿੱਠੇ ਦਾ ਸ਼ੌਕੀਨ ਹੈ ਤੇ ਉਹਨੂੰ ਸ਼ੂਗਰ, ਜੇ ਕੋਈ ਜ਼ਿਆਦਾ ਤਲੀਆਂ ਚੀਜ਼ਾਂ ਖਾਣ ਵਾਲਾ ਆ ਤੇ ਉਹਨੂੰ ਹਿਰਦੇ ਦੇ ਰੋਗ ਹੋ ਜਾਂਦੇ ਨੇ, ਦਿਲ ਦੇ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ, ਭੋਗਾਂ ਦੇ ਸਵਾਦਾਂ ਦੇ ਵਿੱਚ ਫਸ ਜਾਂਦਾ, ਉਹ ਮਨੁੱਖ ਜਿਹੜਾ ਆ ਉਹ ਦੁਖੀ ਹੁੰਦਾ, ਰੋਗੀ ਹੋ ਜਾਂਦਾ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਕਿ ਵਾਹਿਗੁਰੂ ਜੀ ਨੂੰ ਵਿਸਰ ਕੇ ਜਦੋਂ ਵਿਸ਼ੇ ਵਿਕਾਰਾਂ ਦੇ, ਭੋਗਾਂ ਦੇ ਸਵਾਦਾਂ ਵਿੱਚ ਫਸ ਜਾਂਦਾ, ਫਿਰ ਸਰੀਰ ਦੇ ਰੋਗ ਜਿਹੜੇ ਨੇ ਉਤਪੰਨ ਹੋ ਜਾਂਦੇ ਨੇ। ਇਹ ਤਕਰੀਬਨ ਹਾਂਜੀ। Thank you. That's very enlightening. So really, Japji Sahib is a ਜਿਹੜਾ ਇਸ synopsis, ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਦੇ ਵਿੱਚ ਹੈ, and Japji Sahib is the synopsis of Guru Granth Sahib। ਤੇ ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਦੀ ਵੱਖੋ ਵੱਖਰੇ ਰੂਪਾਂ 'ਚ ਵਿਆਖਿਆ ਕੀਤੀ ਹੈ ਕਿ ਕਿਵੇਂ ਸਿਚੁਏਸ਼ਨ ਜਿਹੜੀ ਹੈ, ਚਾਹੇ ਇਕਨੋਮਿਕ ਹੈ, ਪੋਲੀਟੀਕਲ ਹੈ, ਸੋਸ਼ਲ ਹੈ ਜਾਂ ਹੈਲਥ ਕੇਅਰ ਹੈ, ਉਹਨਾਂ ਦੇ ਨਾਲ ਕਿਵੇਂ ਡੀਲ ਕੀਤਾ ਜਾਵੇ, ਉਹਦੇ ਡਿਟੇਲ ਦੱਸੇ ਨੇ। I'll ask here Dr. Kulvinder Singh to enlighten us from his understanding. Yes, thank you very much. Vaheguru Ji Ka Khalsa, Vaheguru Ji Ki Fateh। ਕਿਉਂਕਿ ਸਾਡੀ ਜਿਹੜੀ ਇਸ ਲਈ ਮੇਨ ਵਿਸ਼ਾ ਹੈ ਉਹ ਹੈਗਾ ਗੁਰਬਾਣੀ ਦਾ ਤੇ ਕਰੋਨਾ ਦਾ ਆਪਸ ਦੇ ਵਿੱਚ ਸੰਬੰਧ। ਠੀਕ ਹੈ। ਸੋ ਫਸਟ ਆਫ ਆਲ I would like to share that when the disease corona started, what were the general questions in the mind of we people? So firstly, when corona started, we saw that it is on the world level. Every country, advanced, developing or developed, every country is in the grip of corona. Yes. So the first question that arose in our mind, how come a disease starts so easily at the world level, at the global level? So it was very panicky to think that it is gripping the whole world, it may finish all of humanity. So the answer with time we got, that firstly I want to share. The answer was, in the world which is globalized, when we have multinational companies, right? When the national borders they are abolishing, everything is working at the international. The net we are connected through. Now we are sitting in different countries. Doctor sitting in America, Gyani Dharam Singh is sitting in Australia, I am sitting in India, right? So we are sitting at different places and still together. So because of globalization, when we are so easily connected, the world has become a village. So naturally for the disease too, the world is just a village. The diseases which we are to see today, they too will be at the level of the globe. We can't restrict them to borders because man has no borders now. So firstly, कि कोरोना ਨੂੰ ਮਹਾਮਾਰੀ ਸੋਚਣਾ ਕਿ ਬੜੀ ਭਿਆਨਕ ਬਿਮਾਰੀ ਹੈ, ਮੇਰੇ ਕਹਿਣ ਦਾ ਤਾਤਪਰਯ, ਇਹਦਾ ਮਕਸਦ ਇਹ ਹੈ ਕਿ ਕਰੋਨਾ ਵੀ ਕੋਈ ਘਾਤਕ ਬਿਮਾਰੀ ਨਹੀਂ, ਕਿਉਂਕਿ ਹਰ ਚੀਜ਼ ਨੈਸ਼ਨਲਾਈਜ਼, ਇੰਟਰਨੈਸ਼ਨਲਾਈਜ਼ ਹੋ ਗਈ ਹੈ, ਗਲੋਬਲਾਈਜ਼ ਹੋ ਗਈ ਹੈ। ਬਿਮਾਰੀਆਂ ਦਾ ਗਲੋਬਲਾਈਜ਼ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਟਰੈਵਲ ਬਹੁਤ ਕਰਦੇ ਹਾਂ, ਪਰਸਨ ਟੂ ਪਰਸਨ ਬਿਮਾਰੀ ਪਾਸ ਹੁੰਦੀ ਹੈ। ਸੋ ਇਟਸ ਨੋਟ ਵੈਰੀ ਬਿਗ ਇਸ਼ੂ ਕਿ ਜੇ ਕਰੋਨਾ ਸਾਰੀ ਦੁਨੀਆ 'ਚ ਫੈਲ ਗਿਆ, ਇਹ ਫੈਲਾ ਮਾਰੇ ਹੈ। ਰਾਈਟ। ਸੈਕੰਡਲੀ ਜਿਹੜਾ ਕਰੋਨਾ ਹੈ, ਕਿ ਜਦੋਂ ਅਸੀਂ ਇਹਦਾ ਡੈਥ ਰੇਟ ਦੇਖਦੇ ਹਾਂ, ਕਿ ਇਹ ਮੇਰੇ ਜਿਹੜੇ ਸਵਾਲ ਨੇ ਨਾ,
ਤੇ ਜਿਹੜੀ ਮੈਂ ਡਿਸਕਸ ਕਰ ਰਿਹਾ ਦੈਟ ਇਜ਼ ਜਸਟ ਕਿ ਜਿਹੜੀ ਪੈਨਿਕੀ ਸਟੇਸ਼ਨ ਹੈ ਇਹ 'ਚੋਂ ਅਸੀਂ ਬਾਹਰ ਆਣਾ. Situation is not so panicky as general people think. When we calculate the death rate, I've seen that out of corona so far about 8 lakh deaths have occurred. If we divide these deaths in per day, it turns out to be something around 6,000 per day. But in the world, otherwise, lakhs of deaths are occurring every day from other diseases. So far, corona is no doubt a problem. It's a challenge, but we haven't to be so panicky. Good point. Very We good. have to be so panicky. So just to come out of the panic, because disease, this is a pandemic, but they call it is not only pandemic, it is panicdemic also, because it has caused a lot of panic. People are dying for no reason. I've read so many news that a person got admitted in the hospital. His sample was sent for testing, and out of the panic, he jumped from the 4th story of the hospital. That I'm going to have corona, I will be in so much trouble, better to go for suicide. And unluckily, after the test, what they saw, the report was negative. There are so many cases. The person is undergoing test for corona, he opts for suicide, and ultimately, what the result after his death, that he didn't have corona. So, we don't have to panic. Good point. Very good point. Yes. Now, from the point of view of Gurbani, Gyani ji, he has put quite light on Gurbani aspect. Gyani ji ने Gurbani line ਵਰਤੀ ਸੀ, ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ. ਠੀਕ ਹੈ, ਮੇਰੇ ਪ੍ਰੋਨਾਂਸੀਏਸ਼ਨ 'ਚ ਗਲਤੀ ਹੋ ਸਕਦੀ ਹੈ ਕਿ ਇਹ ਸਾਡੇ ਜਿਹੜੇ ਨਾ ਇੰਬੈਲੈਂਸ ਜਿਹੜਾ ਹੈ ਨਾ, ਇੰਬੈਲੈਂਸ ਹੈ ਲਾਈਫ ਦਾ, ਇਹ ਬਿਮਾਰੀ ਨੂੰ ਪੈਦਾ ਕਰਦਾ ਹੈ. ਇੰਬੈਲੈਂਸ. ਜਿਸ ਤਰ੍ਹਾਂ ਗੁਰਬਾਣੀ 'ਚ ਲਾਈਨ ਆਉਂਦੀ ਹੈ ਨਾ, ਭੋਗੰ ਤਾਂ ਰੋਗੰ, ਹਰਖੰ ਤਾਂ ਸੋਗੰ, ਊਚੰ ਤਾਂ ਨੀਚੰ, ਨਾਨਾ ਸਮੂਚੰ. ਸੋ ਉਹਦਾ ਮਤਲਬ ਕੀ ਹੈ ਵੀ ਗੁਰਬਾਣੀ ਸਾਨੂੰ ਇਹ ਲਾਈਟ ਦਿੰਦੀ ਹੈ ਕਿ ਵੈਨ ਐਵਰ there is a positive thing, there is a parallel negative to that. There is a parallel negative to that. Yes. So, ਭੋਗ ਦਾ ਮਤਲਬ ਹੈ ਕਿ ਅਸੀਂ ਕਿਸੇ ਵੀ ਰਸ ਨੂੰ ਜਿਹੜੇ ਕੁਦਰਤ ਨੇ ਸਾਨੂੰ ਨੈਚੁਰਲ ਦਿੱਤੇ ਆ ਲੋੜ ਤੋਂ ਵੱਧ ਮਾਰ ਰਹੇ ਹਾਂ, ਆਊਟ ਆਫ ਲਿਮਿਟਸ ਮਾਰ ਰਹੇ ਹਾਂ, ਦੈਟ ਇਜ਼ ਭੋਗ. ਸੋ ਜਦੋਂ ਵੀ ਕਿਸੇ ਚੀਜ਼ ਨੂੰ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਅਸੀਂ ਲੋੜ ਤੋਂ ਵੱਧ ਮੰਨਾਂਗੇ ਤਾਂ ਉਹਦਾ ਰਿਜ਼ਲਟ ਬੈਡ ਇਫੈਕਟ ਨਾਲ ਵੀ ਲੋੜ ਤੋਂ ਵੱਧ ਹੋਏਗਾ. ਸਾਈਡ ਇਫੈਕਟ ਜਿਹੜਾ ਐਡਵਰਸ ਇਫੈਕਟ ਬਣ ਜਾਏਗਾ. ਹਾਂਜੀ. So what you're saying, Dr. Saab, is that overindulgence, yes. Which we are extravagance, overindulgence, and yes. From mountain to molehill, rumors, all those kind of things, they add to the fear and make things worse. Instead of remaining realistic. Yes. Right. Thank you. Yes. Should I continue? Haan ji, continue rakho. Haan ji. Yes. Now, another aspect of dukh. At the first instance, whenever we listen word dukh, they sanu lagda it is negative thing. It's a bad thing. No, it's not so. It's never so. Gurbani clarifies it. Gurbani ketiya dukh bhukh sadmar. This is Ketya. There are many unlimited. Ketya means unlimited. Who are having dukh, bhukh and sadmar. ਹਮੇਸ਼ਾ ਉਹਨਾਂ ਨੂੰ ਮਾਰ ਪੈਂਦੀ ਹੈ, ਦੁੱਖ ਆਉਂਦਾ, ਭੁੱਖ ਆਉਂਦੀ ਹੈ. ਪਰ ਗੁਰੂ ਸਾਹਿਬ ਕਹਿੰਦੇ what it is, ਦੁੱਖ ਭੁੱਖ ਤੇ ਮਾਰ ਸਾਨੂੰ ਨੈਗੇਟਿਵ ਲੱਗਦਾ ਹੈ, ਪਰ ਗੁਰਬਾਣੀ says no, ਇਹ ਭੇ ਦਾਤ ਤੇਰੀ ਦਾਤ. ਇਹ ਵੀ ਭੇ ਜਿਹੜਾ ਹੈ it contains ਸਿਹਾਰੀ. ਸਿਹਾਰੀ means ਸਟ੍ਰੈਸ ਨਾਲ ਨਹੀਂ ਕਿਹਾ ਗਿਆ, ਈਜ਼ੀਲੀ ਮਨ ਇਹਨੂੰ ਐਕਸੈਪਟ ਨਹੀਂ ਕਰਦਾ, ਪਰ ਇਨ ਰਿਐਲਿਟੀ ਇਹ ਵੀ ਪਰਮਾਤਮਾ ਦੀ ਕਿਰਪਾ ਹੈ.
ਕਿਰਪਾ ਕਿਸ ਤਰ੍ਹਾਂ ਹੈ। ਡਾਕਟਰੀ ਦੇ ਵਿੱਚ ਸ਼ੁਰੂ ਚ ਜਦੋਂ ਸਾਡੇ ਕੋਲ ਅਸੀਂ ਛੋਟਿਆਂ ਦਾ ਦੇਖਿਆ ਪੇਸ਼ੈਂਟ ਨੇ ਆਣਾ ਤੇ ਪੇਸ਼ੈਂਟ ਨੇ ਕੀ ਕਹਿਣਾ ਜੀ ਮੈਨੂੰ ਖੰਘ ਲੱਗੀ ਹੈ, ਉਹਨੂੰ ਖੰਘ ਮਾੜੀ ਲੱਗਦੀ ਹੈ, ਪਰ ਡਾਕਟਰ ਮੋਸਟਲੀ ਜਾਣਦਾ ਹੁੰਦਾ ਕਿ ਖੰਘ ਚੰਗੀ ਚੀਜ਼ ਹੈ, ਖੰਘ ਹੈਗੀ ਹੈ ਤੇ ਇਹ ਬਚਿਆ ਹੋਇਆ, ਨਹੀਂ ਤੇ ਇਹਦੇ ਅੰਦਰ ਜਿਹੜੀ ਉਹ ਰਸਤਾ ਬਲੋਕ ਹੋਇਆ ਨਾ ਉਹਨੇ ਕਲੀਅਰ ਹੀ ਨਹੀਂ ਹੋਣਾ ਜੇ ਖਾਂਸੀ ਨਾ ਆਵੇ। ਸੋ ਖਾਂਸੀ ਨਹੀਂ ਮਾੜੀ, ਖਾਂਸੀ ਨਹੀਂ ਮਾੜੀ, ਮਾੜੀ ਅੰਦਰ ਬਿਮਾਰੀ ਹੈ। ਖਾਂਸੀ ਤਾਂ ਸਾਨੂੰ ਵਾਰਨ ਕਰ ਰਹੀ ਹੈ ਕਿ ਤੇਰੇ ਫੇਫੜਿਆਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ। ਯੈਸ। ਤੇ ਉਸ ਪ੍ਰੋਬਲਮ ਨੂੰ ਤੂੰ ਧਿਆਨ ਰੱਖ ਕੇ ਉਹ ਤੋਂ ਬਚ, ਉਹਦਾ ਹੱਲ ਲੱਭ, ਨਹੀਂ ਤੇ ਤੇਰੇ ਸਰੀਰ ਦਾ ਨੁਕਸਾਨ ਹੋ ਸਕਦਾ ਹੈ। ਸੋ ਸਿਮਿਲਰਲੀ ਜਦੋਂ ਅਸੀਂ ਗੁਰਬਾਣੀ ਦੇ ਪਰਮਾਤਮਾ ਦੇ ਸੰਦਰਭ ਚ ਜਾਂਦੇ ਹਾਂ ਤੇ ਉਹ ਕਹਿੰਦੇ ਜੇ ਦੁੱਖ ਭੁੱਖ ਇਹ ਕਦੋਂ ਆਉਂਦੇ ਨੇ ਤੇ ਕਿਉਂ ਆਉਂਦੇ ਨੇ, ਇਹ ਵੀ ਪਰਮਾਤਮਾ ਦੀ ਇਹ ਭੇਦ ਆ, ਤੇਰੀ ਦਾਤਾਰ ਪਰਮਾਤਮਾ ਦੀ ਕਿਰਪਾ ਹੈ। ਮਨ ਨਹੀਂ ਮੰਨੇਗਾ, ਇਸ ਲਈ ਭੇਦ ਨੂੰ ਸਿਆਰੀ ਲਾਈ ਹੈ ਕਿ ਮਨ ਜਲਦੀ ਮੰਨੇਗਾ ਨਹੀਂ। ਓਨਲੀ ਇੱਕ ਐਨਲਾਈਟਨਡ ਬੰਦਾ, ਗਿਆਨੀ ਬੰਦਾ ਹੀ ਇਸ ਨੂੰ ਸਮਝ ਸਕਦਾ ਕਿ ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਹੁਣ ਬਖਸ਼ਿਸ਼ ਕਿਸ ਤਰ੍ਹਾਂ? ਜਿਵੇਂ ਮਹਾਰਾਜ ਕਹਿੰਦੇ ਆ ਗੁਰੂ ਨਾਨਕ ਸਾਹਿਬ, ਦੁੱਖ ਦਾਰੂ ਸੁਖ ਰੋਗ ਪਿਆ ਜਾ ਸਕਦਾ, ਰੋਗ ਪਿਆ। ਯੈਸ ਯੈਸ, ਬਿਲਕੁਲ 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 ਡਾਕਟਰ ਸਾਹਿਬ, ਮੈਂ ਐਸੇ ਲਾਈਨ ਤੇ ਆ ਰਿਹਾ ਸੀ ਕਿ ਸਾਡਾ ਰਹਿਰਾਸ ਸਾਹਿਬ ਦਾ ਸ਼ਬਦ ਹੀ ਇੱਥੋਂ ਸ਼ੁਰੂ ਹੁੰਦਾ ਹੈ। ਡਾਕਟਰ ਸਾਹਿਬ ਨੇ ਮੇਰੀ ਪਹਿਲੇ ਮਨ ਨੂੰ ਕੈਚ ਕਰ ਲਿਆ ਤੇ ਉਹ ਸ਼ਬਦ ਹੀ ਇੱਥੋਂ ਸ਼ੁਰੂ ਹੁੰਦਾ ਹੈ ਕਿ ਦੁੱਖ ਦਾਰੂ ਸੁਖ ਰੋਗ ਪਿਆ। ਉਹ ਕਹਿੰਦੇ ਦੋ ਤਰ੍ਹਾਂ ਦੀਆਂ ਸਟੇਜਾਂ, ਜਦੋਂ ਤੇਰੇ ਮਨ ਦੇ ਵਿੱਚ ਜਿਹੜੀ ਲਾਈਫ ਦੀ ਜੀਵਨ ਦੀ ਜੁਗਤ ਤੂੰ ਖੋ ਚੁੱਕਾ, ਤੂੰ ਉਹਦੇ ਨਾਲ ਨਹੀਂ ਜੁੜਿਆ ਹੋਇਆ, ਤੇ ਮਾਈਂਡ ਇਟ ਭੋਗੰ ਤਾਂ ਰੋਗੰ, ਜਿਹੜੇ ਤੂੰ ਭੋਗ ਮੰਨਦਾ ਪਿਆ ਤੂੰ ਬੜੇ ਖੁਸ਼ ਹੋ ਕੇ ਮੰਨਦਾ ਪਿਆ, ਪਰ ਯਾਦ ਰੱਖ ਇਹਦਾ ਰਿਜ਼ਲਟ ਕੀ ਹੋਏਗਾ, ਰੋਗ ਪੈਦਾ ਹੋਣਗੇ। ਹਰਖੰ ਤਾਂ ਸੋਗੰ, ਜੇ ਤੈਨੂੰ ਕੋਈ ਪ੍ਰਾਪਤੀ ਹੋ ਗਈ ਹੈ, ਕੋਈ ਅਚੀਵਮੈਂਟ ਹੋ ਗਈ ਤਾਂ ਤੂੰ ਬਹੁਤ ਜ਼ਿਆਦਾ ਖੁਸ਼ ਹੋ ਕੇ ਆਊਟ ਆਫ ਦਾ ਵੇ ਤੂੰ ਇੰਜੋਏ ਕਰ ਰਿਹਾ, ਤੇ ਬੀ ਕੇਅਰਫੁਲ, ਬੀ ਅਵੇਅਰ, ਇਹ ਜਿਹੜੇ ਤੇਰੇ ਹਰਖ ਹੈ ਇਹ ਸੋਗ ਨੂੰ ਜਨਮ ਦੇਗਾ। ਕਿਉਂਕਿ ਜਿਹੜਾ ਗ੍ਰਾਫ ਬਹੁਤ ਹੀ ਉੱਚੀ ਜਾਏਗਾ, ਇਲੇਟ ਹੋਏਗਾ, ਉਹ ਡਿਪਰੈਸ਼ਨ ਚ ਵੀ ਜਲਦੀ ਜਾਏਗਾ। ਅਸੀਂ ਸਟੇਬਲ ਰਹਿਣਾ ਹੈ। ਕਦੇ ਗੁਰੂ ਸਾਹਿਬ ਨੇ ਕਿਹਾ ਨਾ ਇਕੁਇਪਾਈਜ਼, ਸਹਿਜ, ਸਹਿਜ ਕੀ ਕਤ ਕਥਾ ਹੈ ਨਰਾਰੀ। ਯੈਸ, ਜੋ ਸਹਿਜ, ਜਿਹੜਾ ਸਹਿਜ ਬਾਰੇ ਹੈ, ਹਾਂਜੀ, ਤੇ ਉਹ ਅਸੀਂ ਸਹਿਜ ਵਿੱਚ ਰਹਿਣਾ, ਨਾ ਅਸੀਂ ਦੁੱਖ ਵਿੱਚ ਬਹੁਤਾ ਪਰੇਸ਼ਾਨ ਹੋਣਾ ਤੇ ਨਾ ਅਸੀਂ ਸੁੱਖ ਵਿੱਚ ਬਹੁਤਾ ਐਕਸਾਈਟ ਹੋਣਾ, ਨਹੀਂ ਤੇ ਫਰਕ ਜਿਹੜਾ ਉਹ ਸੋਗ। ਯੈਸ, ਵੈਲਕਮ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਗਿਆਨੀ ਜੀ ਤੁਸੀਂ ਹੁਣ ਥੋੜਾ ਜਿਹਾ ਸਹਿਜ ਤੇ ਆਪਣੇ ਬਚਨ ਦਾ ਬਲਾਸ ਕਰੋ। ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਕਿਹਾ ਵਾ, ਗੁਰਬਾਣੀ ਨੂੰ ਨਾਲ ਲੈ ਕੇ ਤੇ ਸਾਰੀਆਂ ਗੱਲਾਂ, ਤੇ ਜਿਹੜਾ ਇਹਨਾਂ ਨੇ ਕਿਹਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਆ, ਕਿ ਰੋਗ ਸੋਗ ਆਉਂਦੇ ਰਹਿੰਦੇ ਆ, ਉਹ ਜਿਹੜੀ ਹੁਕਮ ਰਜਾਈ ਚੱਲਣ ਵਾਲੀ ਚ ਆ ਜਾਂਦੀ। ਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੀ ਗਏ, ਫਿਰ ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਏ। ਤੇ ਚਿੰਤਾ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਰੋਗ ਆ। ਬਾਕੀ ਜਿਹੜੀ ਗੁਰੂ ਕੀ ਪਾਵਨ ਬਾਣੀ ਆ ਸਾਨੂੰ ਸਹਿਜ ਦਾ ਜੀਵਨ ਜਿਉਣ ਦੀ ਜਾਚ ਦੱਸਦੀ ਆ। ਜਿਵੇਂ ਡਾਕਟਰ ਸਾਹਿਬ ਜੀ ਨੇ ਕਿਹਾ ਆ ਕਿ ਹਰ ਚੀਜ਼ ਦਾ ਜਿਹੜਾ ਲੋੜ ਤੋਂ ਵੱਧ ਵਰਤੋਂ ਕਰਨੀ ਆ ਉਹ ਦੁੱਖ ਦਾ ਕਾਰਨ ਬਣਦੀ ਆ। ਸੱਚ ਗੱਲ ਆ ਕਿ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਇਹ ਸਾਰੀਆਂ ਸਾਡੀਆਂ ਜ਼ਰੂਰਤਾਂ ਨੇ, ਲੇਕਿਨ ਇਹਨਾਂ ਦੀ ਜਿਹੜੀ ਵਰਤੋਂ ਆ ਨਜਾਇਜ਼, ਉਹੀ ਦੁਖਦਾਈ ਹੁੰਦੀ ਆ। ਗੁਰੂ ਸਾਹਿਬ ਜੀ ਨੇ ਸਾਨੂੰ ਇਸੇ ਕਰਕੇ ਹੀ ਜਿਹੜਾ ਕਾਮ ਉਹਦਾ ਕਿਹਾ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ, ਤੇ ਇਹ ਉਹਦਾ ਬੜਾ ਪਿਆਰਾ ਰੂਪ ਦੇ ਦਿੱਤਾ। ਇਸੇ ਤਰ੍ਹਾਂ ਹੀ ਜਿਹੜਾ ਕ੍ਰੋਧ ਆ ਉਹਨੂੰ ਵੀਰ ਰਸ ਦੇ ਵਿੱਚ, ਕਿ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਸੇ ਨੇ ਮੈਨੂੰ ਮਾੜਾ ਚੰਗਾ ਕਹਿ ਦਿੱਤਾ ਤੇ ਉਹਦੇ ਤੋਂ ਕ੍ਰੋਧ ਚ ਆਉਣ ਦੀ ਲੋੜ ਨਹੀਂ, ਪਰ ਜੇ ਕਿਸੇ ਮਜ਼ਲੂਮ ਤੇ ਕੋਈ ਧੱਕਾ ਕਰਦਾ ਆ ਤੇ ਫਿਰ ਉੱਥੇ ਉਹਨੂੰ ਸੋਧਣ ਵਾਸਤੇ ਗੁੱਸਾ ਆਉਣਾ ਵੀ ਜਿਹੜਾ ਇਹ ਇੱਕ ਨੈਚੁਰਲ ਤੇ ਮਨੁੱਖਤਾ ਲਈ ਭਲੇ ਵਾਲੀ ਗੱਲ ਆ। ਇਸੇ ਤਰ੍ਹਾਂ ਹੀ ਮੋਹ ਆ, ਤੇ ਮੋਹ ਆਪਣੇ ਫਰਜ਼ ਨੂੰ ਪਛਾਣ ਕੇ ਤੇ ਪਰਿਵਾਰ ਦੀ ਪਾਲਣਾ ਕਰਨੀ ਜਿਹੜਾ ਜ਼ਰੂਰੀ ਆ, ਪਰ ਜੇ ਮੋਹ ਦੇ ਵਿੱਚ ਫਸ ਕੇ ਤੇ ਬੰਦਾ ਆਪਣੇ ਸਿਧਾਂਤ ਤੋਂ ਥਿੜਕ ਜਾਏ ਤੇ ਫਿਰ ਬਹੁਤ ਇਹਨੂੰ ਗੁਰੂ ਜੀ ਨੇ ਪੰਕਜ ਮੋਹ ਪੱਗ ਨਹੀਂ ਚਾਲਿਆ ਕਿਹਾ
ਇਸੇ ਤਰ੍ਹਾਂ ਹੀ ਜਿਹੜਾ ਲੋਭ ਆ, ਜੇ ਕੰਮ ਕਰਦਾ ਬੰਦਾ ਤੇ ਕੁਛ ਨਾ ਕੁਛ ਭਾਵਨਾ ਹੁੰਦੀ, ਪਰ ਜਦੋਂ ਦੂਸਰਿਆਂ ਦਾ ਹੱਕ ਖੋਹਣ ਤੱਕ ਚਲੇ ਜਾਂਦਾ ਤੇ ਫਿਰ ਉਹ ਦੁਖਦਾਈ ਹੋ ਜਾਂਦਾ। ਫਿਰ ਗੁਰੂ ਜੀ ਕਹਿੰਦੇ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੰਕਾਰ ਵੀ ਸਵੈਮਾਨ ਜਿਹੜਾ ਆ ਉਹ ਜ਼ਰੂਰੀ ਆ ਮਨੁੱਖ ਵਾਸਤੇ, ਜੇ ਜੀਵੈ ਪਤ ਲੱਥੀ ਜਾਏ ਵਾਲੀ ਗੱਲ। ਪਰ ਜਿਹੜਾ ਹੰਕਾਰ ਹਰ ਗੱਲ ਦਾ ਕਿ ਮੈਂ ਹੀ ਮੈਂ ਸਾਰਾ ਕੁਝ, ਤੇ ਉਹ ਦੁੱਖ ਦਾ ਕਾਰਨ ਬਣ ਜਾਂਦਾ। ਗੁਰੂ ਸਾਹਿਬ ਜੀ ਨੇ ਸਾਨੂੰ ਸਹਿਜ ਦਾ ਜੀਵਨ ਜਿਉਣ ਦਾ ਦੱਸਿਆ ਕਿ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਵੀ ਇਹ ਤਿੰਨ ਸਿਧਾਂਤ ਐਸੇ ਪਿਆਰੇ ਆ ਜਿਹਦੇ ਚ ਆਪ ਵੀ ਮਨੁੱਖ ਸੁਖੀ ਤੇ ਦੂਸਰਿਆਂ ਨੂੰ ਵੀ ਸੁਖੀ ਕਰ ਸਕਦਾ। ਸਰੀਰਕ ਤੌਰ ਤੇ ਵੀ ਕਿਰਤ ਕਰਨੀ, ਮਾਨਸਿਕ ਤੌਰ ਤੇ ਵੀ ਮਨੁੱਖ ਜਿਹੜਾ ਆ ਉਹ ਪੋਜ਼ਿਟਿਵ ਰਹਿੰਦਾ ਆ। ਇਸੇ ਤਰ੍ਹਾਂ ਨਾਮ ਜਪੋ ਦਾ ਮਤਲਬ ਵੀ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਉਹਦੇ ਗੁਣਾਂ ਨੂੰ ਯਾਦ ਕਰ ਕਰਕੇ ਤੇ ਆਪਣੇ ਜੀਵਨ ਚ ਲੈ ਕੇ ਆਣਾ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਹਿਜ ਦਾ ਜੀਵਨ ਜਿਹੜਾ ਉਹ ਦੱਸਿਆ। ਥੈਂਕ ਯੂ ਗਿਆਨੀ ਜੀ। ਦੇਖੋ ਡਾਕਟਰ ਵਿੰਦਰ ਸਿੰਘ, ਆਪਣੇ ਜਿਹੜੇ ਹੈ ਨੇ ਪੁਆਇੰਟਸ ਕਿ ਬਈ ਹੈਂਡ ਵਾਸ਼ਿੰਗ ਤੇ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ, ਉਹਨਾਂ ਨੂੰ ਬਹੁਤ ਦੁਨੀਆ ਜਿਹੜੀ ਹੈ ਇੱਕ ਕਿਸਮ ਦਾ ਅਡੰਬਰ ਜਾਂ ਇੱਕ ਕਿਸਮ ਦਾ ਉਸ ਨੂੰ ਅਖਿਆਈ ਸਮਝਦੀ ਹੈ ਉਹਦੇ ਵਿੱਚ, ਕਿਉਂਕਿ ਸਾਡੇ ਥੋੜਾ ਜਿਹਾ ਪੇਸ਼ੈਂਸ ਜਿਹੜਾ ਸੰਤੋਖ ਘੱਟ ਹੈ ਨਹੀਂ ਆਮ ਬੰਦੇ ਦੇ ਵਿੱਚ। ਉਹ ਕਹਿੰਦਾ ਵੀ ਛੇਤੀ ਹੋ ਜੇ, ਜਿਵੇਂ ਲਾਈਨ ਚ ਲੱਗਣ ਦੇ ਬਜਾਏ ਲੋਕ ਇੱਕ ਦੂਜੇ ਤੋਂ ਗਾਂਹ ਵਧਣ ਦੀ ਕੋਸ਼ਿਸ਼ ਕਰਦੇ ਨੇ। ਪਰ ਜਿਵੇਂ ਹੁਣ ਜਪਜੀ ਸਾਹਿਬ ਦੇ ਵਿੱਚ ਸਾਨੂੰ ਮਹਾਰਾਜ ਕਹਿੰਦੇ ਆ, ਤੌਲ ਧਰਮ ਦਇਆ ਕਾ ਪੂਜ ਸੰਤੋਖ ਸਾਫ ਰੱਖਿਆ ਜਨ ਸੂਤ, ਹਾਂਜੀ ਬਈ ਕਿਸ ਤਰ੍ਹਾਂ ਉਹ ਸੰਤੋਖ ਹੈ ਜਿਹੜਾ ਉਸਨੂੰ, ਉਹਦੇ ਵਿੱਚ ਕੁਛ ਆਪਣੇ ਵਿਚਾਰ ਦੱਸੋ, ਸਾਡੇ ਵਿੱਚ ਪੈਦਾ ਹੋ ਸਕੇ ਗੁਰਬਾਣੀ ਤੋਂ ਸੇਧ ਲੈ ਕੇ, ਤਾਂ ਕਿ ਅਸੀਂ ਇਹ ਜਿਹੜੇ ਸਾਡੇ ਪ੍ਰੀਵੈਂਸ਼ਨ ਆ ਉਹਨੂੰ ਪ੍ਰੈਕਟਿਸ ਕਰ ਸਕੀਏ। ਹਾਂਜੀ ਠੀਕ ਹੈ ਜੀ। ਆਪ ਜੀ ਦਾ ਇਹ ਸਵਾਲ ਹੈ ਕਿ ਮਤਲਬ ਅਸੀਂ ਜਿਹੜੇ ਹੈਂਡ ਵਾਸ਼ਿੰਗ, ਸੋਸ਼ਲ ਡਿਸਟੈਂਸਿੰਗ, ਸਾਰੀਆਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਮੇਨਟੇਨ ਕਰਦੇ। ਹਾਂਜੀ, ਮੈਂ ਪਹਿਲਾਂ ਪਿਛਲੇ ਇਤਿਹਾਸ ਜਾਣਨਾ ਕਿ ਆਮ ਤੌਰ ਤੇ ਅਸੀਂ ਕਈ ਵਾਰੀ ਬੁੱਕਸ ਪੜ੍ਹਦੇ ਹਾਂ, ਕਈ ਵਾਰੀ ਕ੍ਰਿਟਿਸਿਜ਼ਮ ਪੜ੍ਹਦੇ ਹਾਂ ਕਿ ਧਰਮਾਂ ਦੇ ਵਿੱਚ ਜਿਹੜਾ ਸੁਚਮਤਾ ਤੇ ਜ਼ੋਰ ਦਿੱਤਾ ਗਿਆ, ਅਸੀਂ ਉਹਨੂੰ ਅਨਇੰਪੋਰਟੈਂਟ ਸਮਝ ਲੈਂਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਅਸੀਂ ਦੇਖਦੇ ਸਾਂ ਜਿਹੜੀਆਂ ਸੰਪਰਦਾਵਾਂ ਸੀ, ਉਹ ਮੰਨ ਲਓ ਪਾਠ ਰੱਖਿਆ, ਅਖੰਡ ਪਾਠ ਸਾਹਿਬ ਰੱਖਿਆ, ਤੇ ਕਈਆਂ ਨੇ ਰੂਲ ਬਣਾਇਆ ਹੁੰਦਾ ਹੈ ਕਿ ਜਦੋਂ ਪਾਠ ਕਰਨ ਜਾਣਾ ਇਸ਼ਨਾਨ ਕਰਕੇ ਜਾਣਾ। ਹਾਂਜੀ, ਅਸੀਂ ਸੋਚਦੇ ਹਾਂ ਅਨਸੈਸਰੀ ਹੈ, ਹਰ ਵਾਰੀ ਇਸ਼ਨਾਨ ਕਰਨ ਦੀ ਕੀ ਜ਼ਰੂਰਤ ਹੈ। ਹਾਂਜੀ, ਸਿਮਿਲਰਲੀ ਮਤਲਬ ਜਿਹੜੀ ਸੁਚਮਤਾ ਹੈ, ਉਹ ਸੁਚਮਤਾ ਮਾੜੀ ਨਹੀਂ ਹੈਗੀ, ਸੁਚਮਤਾ ਤਾਂ ਬਹੁਤ ਜ਼ਰੂਰੀ ਹੈ। ਕਿਉਂਕਿ ਪੁਰਾਣੇ ਸਮੇਂ ਤੇ ਐਂਟੀਬਾਇਓਟਿਕਸ ਵੀ ਨਹੀਂ ਹੁੰਦੇ, ਬਹੁਤੀਆਂ ਮੈਡੀਸਿਨਸ ਵੀ ਸਾਡੇ ਕੋਲ ਨਹੀਂ ਸੀ ਹੁੰਦੀਆਂ ਇਨਫੈਕਸ਼ਨ ਨੂੰ ਫਾਈਟ ਕਰਨ ਵਾਸਤੇ। ਸੋ ਉਸ ਸਮੇਂ 'ਚ ਪ੍ਰੀਕਾਸ਼ਨ ਹੀ ਸਾਡੇ ਵਾਸਤੇ ਹੁੰਦੀ ਸੀ ਜੋ ਅਸੀਂ ਕਰਨੀ ਸੀ। ਸਿਮਿਲਰਲੀ ਹੁਣ ਗੁਰੂ ਸਾਹਿਬ ਦੇ ਸਰੂਪ ਲਿਮਿਟਿਡ ਨੇ, ਉਹਨਾਂ ਸਰੂਪਾਂ ਨੂੰ ਪੜ੍ਹਨ ਵਾਸਤੇ ਜਦੋਂ ਹਰ ਕਿਸੇ ਨੇ ਟੱਚ ਕਰਨਾ ਹੈ, ਕਿਸੇ ਦਾ ਡਾਇਗਨੋਸ ਨਹੀਂ ਹੋਇਆ, ਉਹਨੂੰ ਕੋਈ ਇਨਫੈਕਸ਼ਨ ਹੋ ਸਕਦਾ, ਦੂਜੇ ਨੂੰ ਪਾਸ ਨਾ ਹੋਵੇ, ਇਸ ਲਈ ਇਹਨਾਂ ਚੀਜ਼ਾਂ ਦਾ ਗੁਰੂ ਸਾਹਿਬ ਦੇ ਰੁਮਾਲੇ ਦੇ ਨਾਲ ਇੱਕ ਵੱਖਰਾ ਰੁਮਾਲਾ ਹਜ਼ੂਰੀਆ ਅਸੀਂ ਗਲੇ 'ਚ ਪਾਉਂਦੇ ਹਾਂ। ਉਹਨਾਂ ਚੀਜ਼ਾਂ ਦੀ ਇੰਪੋਰਟੈਂਸ ਇਹੀ। ਹਾਂਜੀ, ਕਰੋ ਗੱਲ, ਡਿਸਪੀਅਰ ਹੋ ਗਈ ਉਹਨਾਂ ਦੀ। ਤੁਸੀਂ ਗਿਆਨੀ ਜੀ ਉਹ ਮੇਰੇ ਖਿਆਲ ਚ ਪਤਾ ਨਹੀਂ ਡਿਸਕਨੈਕਟ ਹੀ ਹੋ ਗਏ ਲੱਗਦੇ, ਜਾਂ ਮੈਂ ਉਹਨਾਂ ਨੂੰ ਦੁਬਾਰਾ ਭੇਜਦਾ ਲਿੰਕ। ਹਾਂਜੀ, ਚਲੋ ਕਰੋ ਗੱਲ ਕਿ ਅੱਗੇ ਤੁਸੀਂ ਚਾਲੂ ਰੱਖੋ। ਜੋ ਡਾਕਟਰ ਸਾਹਿਬ ਕਹਿ ਰਹੇ ਉਹ ਬਿਲਕੁਲ ਠੀਕ ਕਹਿ ਰਹੇ ਆ ਕਿ ਜਿਹੜਾ ਸਿੱਖੀ ਹੈ ਇਹਦੇ ਵਿੱਚ ਜਾਂ ਜਿਹੜਾ ਧਾਰਮਿਕ ਤੌਰ ਤੇ ਸੁੱਚਤਾ, ਪਵਿੱਤਰਤਾ, ਜਿਹੜਾ ਇਹ ਸਾਰੀ ਗੱਲ ਬੜੀ ਜ਼ਰੂਰੀ ਆ। ਪਰ ਕਈ ਵਾਰ ਜਦੋਂ ਹੱਦੋਂ ਵੱਧ ਚੱਲੇ ਹੋ ਜਾਂਦੀ ਗੱਲ, ਉੱਥੇ ਆ ਕੇ ਤੇ ਉਹ ਫਿਰ ਕਈ ਵਾਰ ਮਨੁੱਖ ਨਾਲੋਂ ਮਨੁੱਖ ਨੂੰ ਵੀ ਤੋੜ ਦਿੰਦੀ ਆ ਕਿ ਕਿਸੇ ਦੇ ਹੱਥੋਂ ਨਹੀਂ ਖਾਣਾ। ਜਾਂ ਜਿੱਦਾਂ ਉਹ ਪੰਡਿਤ ਲੋਕ ਹੈ ਆਪਣੇ ਲੱਕੜੀਆਂ ਵੀ ਧੋ ਕੇ ਤੇ ਚੁੱਲ੍ਹਾ ਵੀ ਨਿੱਤ ਨਵਾਂ ਬਣਾ ਕੇ ਕਰਦੇ ਸੀਗੇ, ਤੇ ਦਰਿਆ ਦੇ ਇੱਕ ਘਾਟ ਤੋਂ ਇਸ਼ਨਾਨ ਵੀ ਨਹੀਂ ਕਰਨਾ, ਕਿ ਹਾਲਾਂਕਿ ਉਹ ਪਾਣੀ ਚੱਲ ਰਿਹਾ ਹੁੰਦਾ। ਤੇ ਗੁਰੂ ਸਾਹਿਬ ਜੀ ਨੇ ਇਹਨਾਂ ਜਿਹੜੀਆਂ ਅਨਨੈਸੈਸਰੀ ਜਿਹੜੀ ਹੈਗੀ ਸੀਗੀ ਲੋੜੋਂ ਵੱਧ ਸੁਚਮਤਾ, ਉਹਦਾ
ਗੁਰੂ ਸਾਹਿਬ ਜੀ ਨੇ ਖੰਡਨ ਵੀ ਕੀਤਾ ਤੇ ਪਰ ਸਹਿਜ ਸੁਭਾਅ ਹਾਂਜੀ ਜਿਹੜਾ ਸਾਡੇ ਜੀਵਨ ਦੇ ਵਿੱਚ ਤੇ ਜਿਹੜਾ ਜਿਹਨੂੰ ਹਾਈਜੀਨ ਕਹਿ ਦਿੰਦੇ ਆ ਕਿ ਆਪਣੇ ਸਾਫ ਸਫਾਈ ਰੱਖਣੀ ਤੇ ਇਹਦਾ ਤੇ ਬੜੀ ਵੱਡੀ ਹੈਗੀ ਆ ਮਹਾਨਤਾ ਆ, ਇਹ ਤੇ ਜ਼ਰੂਰੀ ਵੀ ਆ। ਹਾਂਜੀ ਹਾਂਜੀ ਸੋ ਤੇ ਇਹ ਸਾਨੂੰ ਸਵੱਛਤਾ ਦੀ ਲੋੜ ਹੈ। ਹਾਂਜੀ ਹਾਂਜੀ ਬਜਾਏ ਇਹ ਨਹੀਂ ਕਿ ਵੀ ਐਕਸੈਸਿਵ ਇੰਦਰ ਹਾਂਜੀ ਦੇ ਵਿੱਚ ਅਸੀਂ ਆ ਬੇਟਾ ਇੱਕ ਮਿੰਟ ਜੀ ਉਹ ਹਿੱਲ ਗਿਆ ਡਿੱਗ ਪਿਆ ਸੀ। ਤੇ ਅੱਛਾ ਆਪਣੇ ਤੁਸੀਂ ਗੱਲ ਕਰ ਰਹੇ ਸੀ ਆਪਣੇ ਡਾਕਟਰ ਕੁਲਵਿੰਦਰ ਸਿੰਘ, ਉਹ ਫਿਰ ਉਹਨਾਂ ਦਾ ਕਨੈਕਟ ਡਿਸਕਨੈਕਟ ਹੋ ਗਿਆ। ਹਾਂਜੀ ਚਲੋ ਕੋਈ ਨਹੀਂ। ਹਾਂਜੀ ਕਰੋ ਗਿਆਨੀ ਜੀ ਗੱਲ ਤੁਸੀਂ। ਹਾਂਜੀ ਭਾਈ ਸਾਹਿਬ ਮੇਰੇ ਖਿਆਲ ਚ ਆਏ ਆ, ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਨਾਮ। ਗੁਰਪ੍ਰੀਤ ਸਿੰਘ ਹਾਂਜੀ ਹਾਂਜੀ ਉਹਨੇ ਮੈਨੂੰ ਪਿਕਚਰ ਨਹੀਂ ਦਿਸ ਰਹੀ। ਖਾਲਸਾ ਜੀ ਕੀ ਫਤਿਹ। ਹਾਂਜੀ ਗੁਰਪ੍ਰੀਤ ਸਿੰਘ ਦੀ ਪਿਕਚਰ ਨਹੀਂ ਦਿਸ ਰਹੀ ਮੈਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਤੁਸੀਂ ਗੱਲ ਕਰੋ ਆਪਣੀ। ਵਾਹਿਗੁਰੂ ਜੀ ਕਾ ਤੁਹਾਨੂੰ ਤਾਂ ਸੁਣੇਗੀ ਨਾ। ਆਵਾਜ਼ ਆ ਰਹੀ ਹੈ ਜੀ ਮੇਰੀ? ਮੈਨੂੰ ਤੇ ਆ ਰਹੀ, ਤੁਹਾਨੂੰ ਸੁਣ ਰਹੀ ਹੈ ਗਿਆਨੀ ਜੀ? ਮੈਨੂੰ ਸੁਣ ਰਹੀ ਹੈ। ਤੁਸੀਂ ਏਦਾਂ ਕਰੋ ਗੁਰਪ੍ਰੀਤ ਸਿੰਘ ਜੀ ਦੁਬਾਰਾ ਲਾਈਵ ਹੋ, ਦੁਬਾਰਾ ਆਓ ਇੱਕ ਵਾਰੀ ਕੱਟ ਕੇ। ਹਾਂਜੀ ਤਾਂ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਸਾਹਿਬ ਜੀ ਨੇ ਜਿਹੜੇ ਸਾਨੂੰ ਇਹ ਸਾਰਾ ਸੋਚ ਭੇਟ ਭਰਮ ਤੋਂ ਨਿਵਰਤ ਕੀਤਾ ਵਾ, ਉਂਝ ਜਿਹੜੀਆਂ ਹੈਗੀ ਆ ਸੁਚਮਤਾ ਇਹ ਜ਼ਰੂਰੀ ਆ। ਜਿਵੇਂ ਆਮ ਕਿਹਾ ਜਾਂਦਾ ਕਿ ਕਿਸੇ ਦਾ ਜੂਠਾ ਨਹੀਂ ਖਾਣਾ, ਉਹਦਾ ਕੁਦਰਤੀ ਤੌਰ ਤੇ ਚੰਗੀ ਗੱਲ ਆ। ਲੰਗਰ ਦੇ ਵਿੱਚ ਅਸੀਂ ਹੱਥ ਪੈਰ ਚੰਗੀ ਤਰ੍ਹਾਂ ਸਾਫ਼ ਸਫਾਈ ਹੋ ਕੇ ਬਣਾ ਸਕਦੇ ਹਾਂ। ਪ੍ਰਸ਼ਾਦ ਵਰਤਾਉਣ ਵਾਲੇ ਦੇ ਬਾਰੇ ਸਪੈਸ਼ਲ ਹਦਾਇਤਾਂ ਹੁੰਦੀਆਂ ਨੇ ਕਿ ਨਹੁੰ ਨਾ ਵੱਡੇ ਹੋਣ, ਹੱਥ ਸਾਫ਼ ਕਰਕੇ ਵਰਤਾਇਆ ਜਾਵੇ। ਬਣਾਉਣ ਲੱਗਿਆਂ ਵੀ ਉਹ ਗੱਲਾਂ ਤੇ ਬੜੀਆਂ ਜ਼ਰੂਰੀ ਆ। ਪਰ ਇਹਨੂੰ ਜਦੋਂ ਭਰਮ ਦੀ ਲੀਕ ਤੱਕ ਚਲੇ ਜਾਂਦਾ ਕਿ ਜੇ ਆਹ ਨਾ ਕੀਤਾ ਤੇ ਉਹ ਨਾ ਕੀਤਾ, ਉਹਦੇ ਨਾਲ ਫਿਰ ਕਈ ਵਾਰਾਂ ਆਪਸ ਦੇ ਵਿੱਚ ਮਨੁੱਖਤਾ ਦੇ ਵਿੱਚ ਹੀ ਵੰਡੀਆਂ ਪੈ ਜਾਂਦੀਆਂ। ਬਿਲਕੁਲ ਗੱਲ ਤੁਹਾਡੀ ਠੀਕ ਹੈ, ਕਿਉਂਕਿ ਜਿਹੜੇ ਸਵੱਛਤਾ ਗੱਲ ਹੋਰ ਹੈ, ਜਿਹੜਾ ਐਵੇਂ ਹਰ ਇੱਕ ਚੀਜ਼ ਦੇ ਵਿੱਚ ਮੈਂ ਜੇ ਛੂਇਆ ਗਿਆ ਜਾਂ ਆਹ ਗੱਲ ਖਰਾਬ ਹੋ ਗਈ, ਉਹ ਗੱਲ ਹੋ ਗਈ, ਜਿਵੇਂ ਬਾਹਮਣ ਕਹਿੰਦੇ ਆ ਮੈਂ ਨਹਾਉਣਾ ਜੀ ਮੈਂ ਉਹਦੇ ਨਾਲ ਲੱਗ ਗਿਆ, ਮੈਂ ਇਹੋ ਜਿਹੀਆਂ ਗੱਲਾਂ ਤੋਂ ਮਹਾਰਾਜ ਨੇ ਵਰਜਿਆ ਸਾਨੂੰ। ਹਾਂਜੀ ਨਾ ਕਿ ਸਵੱਛਤਾ ਜ਼ਰੂਰ ਰੱਖਣੀ ਚਾਹੀਦੀ ਹੈ। ਪਰ ਵੈਲਕਮ ਆਪਣੇ ਗੁਰਪ੍ਰੀਤ ਸਿੰਘ ਜੀ, ਆਮ ਗਲੈਡ ਯੂ ਆਰ ਹੇਅਰ। ਕਿ ਆਵਾਜ਼ ਸੁਣ ਰਹੀ ਮੈਨੂੰ ਤੁਹਾਡੀ? ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ। ਵੀ ਆਰ ਟਾਕਿੰਗ ਅਬਾਊਟ ਕਿ ਵੀ ਜਪਜੀ ਸਾਹਿਬ ਦੇ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਤੇ ਬਾਕੀ ਨਿਤਨੇਮ ਦੀਆਂ ਬਾਣੀਆਂ ਕਿ ਵੀ ਜਿਹੜਾ ਇਹ ਜਿਹੜਾ ਕੋਵਿਡ ਦਾ ਕ੍ਰਾਈਸਿਸ ਹੋ ਰਿਹਾ, ਇਹਦੇ ਤੋਂ ਅਸੀਂ ਕਿਵੇਂ ਬਚ ਸਕੀਏ। ਜੇ ਮਿਸਾਲ ਦੇ ਤੌਰ ਤੇ ਸਾਨੂੰ ਹੈਂਡ ਵਾਸ਼ਿੰਗ ਤੇ ਜਿਹੜੀ ਹੈਗੀ ਆ ਆਪਣੇ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਆ, ਪਰ ਉਹਦੇ ਲਈ ਸੰਤੋਖ ਦੀ ਲੋੜ ਹੈ। ਤੇ ਸੰਤੋਖ ਦੇ ਵਿੱਚ ਲੋਕ ਕੀ ਆ, ਸਾਡੀ ਆਦਤ ਹੈਗੀ ਆ ਬਈ ਇੱਕ ਦੂਜੇ ਤੋਂ ਭੱਜ ਕੇ ਅੱਗੇ ਨੂੰ ਵਧੀਏ, ਤੇ ਲੋਕ ਮਾਸਕ ਵਗੈਰਾ ਵੀ ਨਹੀਂ ਪਾਉਂਦੇ ਤੇ ਉਸ ਨੂੰ ਚੀਜ਼ਾਂ ਹੱਥੋਂ ਸਾਫ਼ ਨਹੀਂ ਕਰਦੇ, ਜਾਂ ਕਹਿੰਦੇ ਨੇ ਤੇ ਕੋਈ ਗੱਲ ਨਹੀਂ ਦੇਖੀ ਜਾਊਗੀ, ਨਹੀਂ ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ, ਇਸ ਤਰ੍ਹਾਂ ਦੀਆਂ ਆਦਤਾਂ ਬਣੀਆਂ। ਤੇ ਸੰਤੋਖ ਨੂੰ ਅਸੀਂ ਕਿਵੇਂ ਧਾਰਨ ਕਰ ਸਕੀਏ? ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ? ਗੁਰਪ੍ਰੀਤ ਸਿੰਘ। ਵੌਇਸ ਆਫ ਮਾਨਵਤਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਗੁਰੂ ਪਿਆਰੀ ਸਾਧ ਸੰਗਤ ਜੀ ਨੂੰ, ਮਾਣਯੋਗ ਜਿੰਨੇ ਵੀ ਗੈਸਟ ਸਾਹਿਬਾਨ ਨੇ, ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਡਾਕਟਰ ਸਾਹਿਬ ਔਰ ਜਿਹੜੇ ਵੀ ਦੇਖ ਰਹੇ ਨੇ ਉਹਨਾਂ ਵਿੱਚ ਵੀ ਡਾਕਟਰ ਸਾਹਿਬਾਨ ਹੋਣਗੇ। ਆਪਾਂ ਸਿੱਖਿਆ ਲੈਣੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਔਰ ਅੱਜ ਜਿਹੜਾ ਵਿਸ਼ਾ ਕਿ ਜਪ ਬਾਣੀ, ਜਿਹਨੂੰ ਸਤਿਕਾਰ ਨਾਲ ਜਪਜੀ ਸਾਹਿਬ ਕਹਿ ਰਹੇ ਹਾਂ, ਇਸ COVID-19 ਬਾਰੇ ਗੁਰਬਾਣੀ ਸਾਨੂੰ ਕਿਵੇਂ ਜਾਗਰੂਕ ਕਰਦੀ ਹੈ, ਕਿਉਂਕਿ ਸਤਿਗੁਰਾਂ ਦੀ ਬਾਣੀ ਨੇ ਸਾਨੂੰ ਹਰ ਇੱਕ ਪੱਖ ਤੋਂ ਜਾਗਰੂਕ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਗੱਲ ਹੁਕਮ ਦੀ ਆ ਤੇ ਹੁਕਮ ਨੂੰ ਮੰਨਣ ਦੀ ਆ ਤੇ ਬੁੱਝਣ ਦੀ ਆ ਵੀ ਅਸਲ ਦੇ ਵਿੱਚ ਹੁਕਮ ਹੈ ਕੀ। ਜਦੋਂ ਸਾਨੂੰ ਹੁਕਮ ਸਮਝ ਲੱਗ ਗਿਆ ਤਾਂ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਹਰ ਇੱਕ ਮੋੜ ਤੇ ਸੁਚੇਤ ਹੋ ਜਾਵਾਂਗੇ, ਜਾਗਰੂਕ ਹੋ ਜਾਵਾਂਗੇ। ਇੱਥੇ ਇੱਕ ਮੈਂ ਛੋਟੀ ਜਿਹੀ ਬੇਨਤੀ ਕਰਦੇ ਹਾਂ
ਤੇ ਜਿਵੇਂ ਕਿ ਇਹ ਜਿਹੜੀ ਬਿਮਾਰੀ ਹੈ ਇਹ 2019 ਤੋਂ ਅਖੀਰਲੇ ਮਹੀਨਿਆਂ ਦੇ ਵਿੱਚ ਸ਼ੁਰੂ ਹੋਈ, ਤਾਂ ਕਰਕੇ ਇਹਦਾ ਨਾਮ COVID-19 ਰੱਖਿਆ। ਸ਼ਾਇਦ ਡਾਕਟਰ ਸਾਹਿਬਾਨ ਇਹਦੇ ਵਿੱਚ ਜੋ ਹਾਜ਼ਰ ਨੇ ਉਹਨਾਂ ਨੇ ਦੱਸਿਆ ਹੋਣਾ ਆਪ ਜੀ ਨੂੰ। ਤੇ ਇਹ ਬਿਮਾਰੀ ਵੱਖ-ਵੱਖ ਥਿਊਰੀਆਂ ਦੱਸ ਰਹੀ ਆ ਵੀ ਕੋਈ ਕਹਿੰਦਾ ਸੱਪਾਂ ਤੋਂ ਬਣੀ ਆ, ਕੋਈ ਕਹਿੰਦਾ ਜੀ ਇਹ ਚਮਗਿੱਦੜਾਂ ਤੋਂ ਬਣੀ ਆ, ਕੋਈ ਕਹਿੰਦਾ ਜੀ ਇਹ ਵਾਇਰਸ ਬਣਾਇਆ ਗਿਆ। ਕਹਿਣ ਦਾ ਮਤਲਬ ਵੱਖ-ਵੱਖ ਥਿਊਰੀਆਂ ਨੇ, ਇਹਦੇ ਬਾਰੇ ਕੋਈ ਪਤਾ ਨਹੀਂ ਅਜੇ ਤੱਕ ਪ੍ਰਮਾਣ ਨਹੀਂ ਵੀ ਇਹ ਬਿਮਾਰੀ ਕਿਵੇਂ ਪੈਦਾ ਹੋਈ ਆ। ਸੋ ਇਹ ਬਿਮਾਰੀ ਇਸ ਤਰ੍ਹਾਂ ਦੁਨੀਆ ਦੇ ਵਿੱਚ ਫੈਲੀ ਕਿ ਇਹਨੇ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੀ ਗ੍ਰਿਫਤ ਦੇ ਵਿੱਚ ਲੈ ਲਏ। ਬਿਮਾਰੀਆਂ ਤਾਂ ਬਹੁਤ ਨੇ ਦੁਨੀਆ ਤੇ, ਪਹਿਲਾਂ ਵੀ ਬਹੁਤ ਘਾਤਕ ਬਿਮਾਰੀਆਂ ਸੀ, ਜਿਵੇਂ ਕਿ ਚੇਚਕ, ਪਲੇਗ ਜਿਹਨੂੰ ਆਪਾਂ ਮਾਤਾ ਜਾਂ ਚਿਕਨ ਪੌਕਸ ਕਹਿ ਦਿੰਦੇ ਆ, ਮਲੇਰੀਆ, ਕੈਂਸਰ, ਏਡਜ਼, ਪੀਲੀਆਂ ਵਰਗੀਆਂ ਬਿਮਾਰੀਆਂ ਬਹੁਤ ਭਿਆਨਕ ਸੀ। ਪਰ ਇਹ ਬਿਮਾਰੀ ਉਹਨਾਂ ਤੋਂ ਜ਼ਿਆਦਾ ਭਿਆਨਕ ਤੇ ਖਤਰਨਾਕ ਇਸ ਕਰਕੇ ਆ ਕਿਉਂਕਿ ਇਹ ਛੂਤ ਦਾ ਰੂਪ ਧਾਰਨ ਕਰ ਗਈ। ਹੱਥ ਲਾਉਣ ਦੇ ਨਾਲ, ਕਿਸੇ ਨਾਲ ਗਲਵੱਕੜੀ ਪਾਉਣ ਦੇ ਨਾਲ, ਹੱਥ ਮਿਲਾਉਣ ਦੇ ਨਾਲ, ਕਿਸੇ ਨਾਲ ਖਾਣ ਦੇ ਨਾਲ। He has disappeared again. Yes. ਹਾਂਜੀ He'll have to come back. ਚਲੋ ਕੋਈ ਗੱਲ ਨਹੀਂ। ਹਾਂਜੀ, ਤੁਸੀਂ ਆਪਣੇ ਵਿਚਾਰ ਜਾਰੀ ਰੱਖੋ ਡਾਕਟਰ ਕੁਲਵਿੰਦਰ ਸਿੰਘ ਜੀ। ਯੈਸ ਯੈਸ ਸਰ। ਐਸੀ ਚੀਜ਼ ਨੂੰ ਮੈਂ ਅਗਾਂਹ ਕੈਰੀ ਕਰਨ ਦੀ ਕੋਸ਼ਿਸ਼ ਕਰਦਾ, ਜਿਸ ਤਰ੍ਹਾਂ ਹਾਂਜੀ ਭਾਈ ਸਾਹਿਬ ਦੱਸਦੇ ਸੀ ਕਿ ਜਿਹੜੀ ਸਹਿਜ ਦੀ ਚੀਜ਼ ਹੈਗੀ ਹੈ ਨਾ, ਸੋ ਗੁਰਬਾਣੀ ਦੇ ਵਿੱਚ ਕੀ ਹੈ, ਗੁਰਬਾਣੀ ਸਾਨੂੰ ਹੈਗਾ ਕਿ ਮੀਤ ਕੇ ਕਰਤਬ ਕੁਸਲ ਸਮਾਨਾ, ਮੀਤ ਕੀਆ ਸੋਈ ਹਮ ਮਾਨਾ। ਹਾਂਜੀ ਬਿਮਾਰੀ ਜਿਹੜੀ ਹੈ, ਬਿਮਾਰੀ ਕੀ ਚੀਜ਼ ਹੈ? ਜਦੋਂ ਅਸੀਂ ਵਰਡ ਨੂੰ ਐਜ਼ ਅ ਯੂਨਿਟ ਲੈਣਾ ਆ, ਵਨਨੈਸ, ਇੱਕ ਹਾਂਜੀ। ਪਰਮਾਤਮਾ ਹੈ, ਤੇ ਜਿੰਨੇ ਬੈਕਟੀਰੀਆ, ਜਿੰਨੇ ਜਰਾਸੀਮ, 84 ਲੱਖ ਜੂਨੀਆਂ ਸਾਰੀ ਉਹਦੀ ਬਣਾਈ ਹੈ, ਕੱਲਾ ਮਨੁੱਖ ਉਹਦਾ ਬਣਾਇਆ ਨਹੀਂ ਹੈਗਾ। ਹਾਂਜੀ ਮਨੁੱਖ ਜਦੋਂ ਦੂਸਰੇ ਦਾ ਨੁਕਸਾਨ ਕਰਦਾ ਹੈ, ਅਸੀਂ ਬਾਕੀ ਜੀਵ ਮਾਰ ਕੇ ਖਾਂਦੇ ਆ, ਉਹਦੇ ਤੇ ਮਨੁੱਖ ਆਪਣਾ ਰਾਈਟ ਸਮਝਦਾ ਹੈ। ਉਹ ਸੋਚਦਾ ਮੇਰਾ ਤੇ ਅਧਿਕਾਰ ਹੈ ਕਿ ਮੈਂ ਜੋ ਮਰਜ਼ੀ ਕਰੀ ਜਾਵਾਂ। ਲੇਕਿਨ ਜਦੋਂ ਕੋਈ ਦੂਸਰਾ ਜੀਵ ਮਨੁੱਖ ਵਾਸਤੇ ਪ੍ਰੋਬਲਮ ਕ੍ਰੀਏਟ ਕਰਦਾ ਹੈ, ਜਿਸ ਤਰ੍ਹਾਂ ਕਿ ਹੁਣ ਵਾਇਰਸ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੈ, ਉਹਨਾਂ ਨੇ ਤਾਂ ਸਰਵਾਈਵ ਕਰਨਾ ਹੈ ਨਾ। ਕੁਦਰਤ, ਆਤਮਾ ਹਰ ਕਿਸੇ ਅੰਦਰ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਰਾਈਟ। ਸੋ ਹਾਂਜੀ ਹਰ ਜੀਵ ਦੇ ਵਿੱਚ ਜੋਤ ਤਾਂ ਉਹੀ ਹੈ, ਲੇਕਿਨ ਮਨੁੱਖ ਕਿੱਥੋਂ ਮਾਰ ਖਾਂਦਾ ਹੈ ਕਿ ਮਨੁੱਖ ਆਪਣੇ ਰਾਈਟ ਤਾਂ ਲੋੜ ਤੋਂ ਵੱਧ ਬਣਾ ਰਿਹਾ ਤੇ ਬਾਕੀ ਜੀਵਾਂ ਨੂੰ ਰਾਈਟ ਦੇ ਹੀ ਨਹੀਂ ਰਿਹਾ। ਨੈਚੁਰਲੀ ਜਦੋਂ ਤੁਸੀਂ ਕਿਸੇ ਨੂੰ ਨੁਕਸਾਨ ਕਰੋਗੇ ਤੇ ਕੁਦਰਤ ਤੁਹਾਨੂੰ ਜਵਾਬੀ ਤੌਰ ਤੇ ਦੱਸਣ ਵਾਸਤੇ ਕਿ ਤੂੰ ਐਕਸੈਸ ਵਿੱਚ ਜਾ ਰਿਹਾ, ਤੇ ਕੁਦਰਤ ਨੇ ਜਵਾਬੀ ਇਹ ਵਾਇਰਸ ਸਾਨੂੰ ਦਿੱਤਾ। ਵਾਇਰਸ ਵੀ ਹੁਕਮ 'ਚ ਹੈ, ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸਨ ਨਾ, ਗੁਰਪ੍ਰੀਤ ਸਿੰਘ ਜੀ, ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਵਾਇਰਸ ਵੀ ਪਰਮਾਤਮਾ ਦਾ ਕ੍ਰੀਏਟਡ ਹੈ, ਕੋਈ ਇਹ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਆਇਆ। ਯੈਸ। ਅਗਰ ਵਾਇਰਸ ਸਾਨੂੰ ਮਿਲਿਆ ਵੈ ਤੇ ਇਹਦਾ ਮਤਲਬ ਹੈ ਵੀ ਡਿਜ਼ਰਵ ਇਟ। ਕੋਈ ਸਾਡੇ ਨਾਲ ਧੱਕਾ ਨਹੀਂ ਹੋ ਰਿਹਾ। ਕਦੇ ਨਾ ਸੋਚੋ ਕਿ ਇੱਕ ਕੁਦਰਤ ਸਾਡੇ ਨਾਲ ਕੋਈ ਖੇਡ ਕੇ ਰਹੀ ਹੈ, ਵੀ ਡਿਜ਼ਰਵ ਇਟ। ਜਦੋਂ ਅਸੀਂ ਆਪਣੇ ਜੀਵਨ ਨੂੰ ਹੱਦਾਂ ਤੋਂ ਬਾਹਰ ਲੈ ਕੇ ਜਾਵਾਂਗੇ, ਬਾਕੀ ਜੀਵਾਂ ਦੇ ਹੱਕ ਖੋਵਾਂਗੇ, ਤੇ ਕੁਦਰਤ ਕਿਸੇ ਨਾ ਕਿਸੇ ਜੀਵ ਨੂੰ ਤਾਕਤ ਦੇ ਦਿੰਦੀ ਹੈ ਕਿ ਤੂੰ ਮਨੁੱਖ ਨੂੰ ਟਿਕਾਣੇ ਤੇ ਲਾ, ਇਹਨੂੰ ਮਹਿਸੂਸ ਕਰਾ ਕਿ ਤੇਰਾ ਵਜੂਦ ਕੀ ਹੈ। ਗੁਰਬਾਣੀ 'ਚ ਕੀ ਹੈ? ਉਹ ਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਗੁਰੂ ਸਾਹਿਬ ਕਹਿੰਦੇ ਨੇ ਕਿ ਜੋ ਹੁੰਦਾ ਉਹ ਮਿੱਠਾ ਲੱਗਣਾ, ਕਿਉਂਕਿ ਮੈਨੂੰ ਪਤਾ ਹੈ ਜਿਹੜਾ ਸੰਸਾਰ ਨੂੰ ਚਲਾ ਰਿਹਾ, ਜਿਹੜਾ ਸੰਸਾਰ ਨੂੰ ਕੰਡਕਟ ਕਰ ਰਿਹਾ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਦੁਸ਼ਮਣ ਨਹੀਂ ਹੈਗਾ। ਜਿਸ ਤਰ੍ਹਾਂ ਕਿ ਇੱਕ ਪਿਤਾ ਬੱਚੇ ਨੂੰ ਝਿੜਕਦਾ ਵੀ ਹੈ, ਕਈ ਵਾਰੀ ਉਹਨੂੰ ਕਈ ਚੀਜ਼ਾਂ ਤੋਂ ਰੋਕਦਾ ਵੀ ਹੈ, ਪਰ ਬੱਚੇ ਨੂੰ ਪਤਾ ਹੁੰਦਾ ਮੇਰਾ ਫਾਦਰ ਮੇਰਾ ਵੈਲ ਵਿਸ਼ਰ ਹੈ। ਸਿਮਿਲਰਲੀ ਜੋ ਸੰਸਾਰ ਨੂੰ ਕੰਡਕਟ ਕਰ ਰਿਹਾ ਪਰਮਾਤਮਾ, ਉਹ ਸਾਡਾ ਸਾਰਿਆਂ ਦਾ ਵੈਲ ਵਿਸ਼ਰ ਹੈ, ਪਰ ਉਹ ਕੱਲਾ ਮਨੁੱਖਤਾ ਵਾਸਤੇ ਨਹੀਂ ਹੈ, ਉਹ ਸਾਰੇ ਜੀਵਾਂ ਦਾ ਸਾਂਝਾ ਹੈ। ਐਬਸੋਲੂਟਲੀ ਰਾਈਟ। ਸੋ ਜਿਹੜਾ ਕੋਵਿਡ ਹੈ, ਕੋਵਿਡ ਅਗਰ ਆਇਆ ਵੈ, ਇਹ ਸਾਡੀ ਕਿਸੇ ਨਾ ਕਿਸੇ ਜ਼ਿਆਦਤੀ ਦਾ ਜਵਾਬ ਹੈ, ਜਵਾਬੀ ਹਮਲਾ ਹੈ। ਜਿਸ ਤਰ੍ਹਾਂ ਕਹਿੰਦੇ ਨਾ, ਦੋ ਤਰ੍ਹਾਂ ਦੇ ਹਮਲੇ ਹੁੰਦੇ ਆ, ਇੱਕ ਹੁੰਦਾ ਅਟੈਕਰ ਤੇ ਇੱਕ ਹੁੰਦਾ ਡਿਫੈਂਡਰ। ਜਿਹੜਾ ਡਿਫੈਂਡਰ ਹੈ ਨਾ, ਉਹ ਰਿਟੈਲੀਏਟ ਕਰਦਾ, ਉਹ ਅਟੈਕ ਨਹੀਂ ਕਰਦਾ। ਸੋ ਇੱਕ ਤਰ੍ਹਾਂ ਨਾਲ ਜਿਹੜੀ ਬਾਕੀ ਲਾਈਫ ਹੈ, ਬਾਕੀ ਪ੍ਰੋਜਨੀ ਹੈਗੀ ਹੈ 84 ਲੱਖ ਜੂਨਾਂ, ਇੱਕ ਜੂਨ ਨੇ ਰਿਟੈਲੀਏਟ ਕਰਦਾ ਸਾਡੇ ਅਗੇਂਸਟ। ਵੀ ਜੇ ਮਨੁੱਖ ਤੂੰ ਕਿਸੇ ਨੂੰ ਕੁਝ ਨਹੀਂ ਸਮਝਦਾ ਤੇ ਮੈਂ ਤੇਰਾ ਵੀ ਜੀਣਾ ਆਰਾਮ ਕਰ ਦੇਣਾ। ਪਰ ਹੈ ਸਾਨੂੰ ਵਾਰਨਿੰਗ। ਇਟਸ ਇੰਟਰਸਟਿੰਗ ਪਲੇ। ਯੈਸ ਯੈਸ ਯੈਸ, ਕੁਦਰਤ ਦਾ ਸਾਨੂੰ ਵਾਰਨਿੰਗ ਹੈ, ਵਾਰਨਿੰਗ ਹੈ। ਵੈਰੀ ਇੰਟਰਸਟਿੰਗ। ਇਟਸ
ਗਿਆਨੀ ਤੁਸੀਂ ਗੱਲ ਕਰ ਰਹੇ ਸੀ ਕੋਈ ਗਿਆਨੀ ਧਰਮ ਸਿੰਘ ਜੀ? ਹਾਂਜੀ, ਡਾਕਟਰ ਸਾਹਿਬ ਜੀ ਨੇ ਬੜਾ ਵਧੀਆ ਕਿਹਾ ਤੇ ਅਸਲ 'ਚ ਗੁਰਬਾਣੀ ਸਾਨੂੰ ਸਾਰੇ ਪੱਖਾਂ ਤੋਂ ਹੀ ਸਿੱਖਿਆ ਦਿੰਦੀ ਆ ਕਿ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਿ ਜਿਹੜਾ ਧਰਮ ਆ ਇਹ ਹੈ ਹੀ ਦਇਆ ਦਾ ਪੁੱਤਰ ਹੈ। ਜੇ ਦਇਆ ਨਹੀਂ ਆ ਤੇ ਫਿਰ ਧਰਮ ਦਾ ਤੇ ਕਿਹਾ ਹੀ ਨਹੀਂ ਜਾ ਸਕਦਾ ਕੁਛ ਵੀ। ਤਾਂ ਜਿੱਥੋਂ ਤੱਕ ਇਹ COVID-19 ਦੀ ਗੱਲ ਆ ਤੇ ਉਹਦੇ ਵਾਸਤੇ ਦੇਖੋ ਗੁਰੂ ਸਾਹਿਬ ਜੀ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਆ ਉਹਦੇ ਵਿੱਚ ਉਹਨਾਂ ਨੇ ਰੋਗਾਂ ਦੀ ਸ਼ੁਰੂਆਤ ਤੋਂ ਪਹਿਲੋਂ ਹੀ ਰੋਕਣ ਦੀ ਜਿਹੜੀ ਕੋਸ਼ਿਸ਼ ਆ ਉਹ ਆ ਕਿ ਬੰਦਾ ਸਾਫ ਸੁਥਰਾ ਖਾਏ, ਸਾਫ ਸੁਥਰਾ ਰਹੇ ਤੇ ਵਿਕਾਰਾਂ ਤੋਂ ਬਚ ਕੇ ਰਵੇ ਤੇ ਉਹ ਠੀਕ ਜਿਹੜਾ ਤੰਦਰੁਸਤ ਰਹਿ ਸਕਦਾ। ਦੂਸਰੀ ਗੱਲ ਜਿਹੜੀ ਜਦੋਂ ਰੋਗ ਉਤਪੰਨ ਹੋ ਜਾਂਦੇ ਆ ਕੋਈ ਜਿੱਦਾਂ ਮਹਾਂਮਾਰੀਆਂ ਦਾ ਰੂਪ ਤੇ ਬਿਮਾਰੀਆਂ ਤੇ ਅਨੇਕਾਂ ਨੇ ਇਹ ਇਸ ਕਰਕੇ ਜ਼ਿਆਦਾ ਇਹਦੇ ਤੋਂ ਡਰੇ ਲੋਕ ਵੀ ਜੇ ਇਹ ਛੂਤ ਦੀ ਬਿਮਾਰੀ ਹੋਣ ਕਰਕੇ ਫੈਲ ਗਈ ਤੇ ਫਿਰ ਇਹ ਕੰਟਰੋਲ ਦੇ ਵਿੱਚ ਵੀ ਨਹੀਂ ਆ ਸਕਦੀ। ਉਹਦੇ ਵਾਸਤੇ ਇਹ ਆ ਕਿ ਜਿਹੜੀਆਂ ਸਾਨੂੰ ਡਾਕਟਰੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਮਾਸਕ ਪਾ ਕੇ ਰੱਖੋ, ਹੱਥ ਜਿਹੜੇ ਆ ਉਹਨਾਂ ਨੂੰ ਧੋ ਕੇ ਤੇ ਕਿਸੇ ਨੂੰ ਜਿੱਥੇ ਵੀ ਤੁਸੀਂ ਛੂੰਹਦੇ ਆ ਤੇ ਸੈਨੀਟਾਈਜ਼ਰ ਆਦਿਕ ਵਰਤ ਕੇ ਤੇ ਉਹਨਾਂ ਹਦਾਇਤਾਂ ਦਾ ਵੀ ਜਿਹੜੀ ਪਾਲਣਾ ਕਰਨੀ ਜਿਹੜੀ ਆ ਉਹ ਬੜੀ ਜ਼ਰੂਰੀ। ਉਹਦੇ ਨਾਲ ਨਾਲ ਆਪਾਂ ਜਿਹੜਾ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਕੀਤੀ ਜਾ ਸਕਦੀ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਗਨ ਨਾ ਕੋ ਲਾਗਿਆ ਜਾ ਕੀ ਪ੍ਰਭ ਆਗਿਆ ਅਰਦਾਸ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਗੁਰਪ੍ਰੀਤ ਸਿੰਘ ਜੀ, ਐਨੀਥਿੰਗ ਯੂ ਲਾਈਕ ਟੂ ਐਡ? ਜੀ ਸਰ ਜੀ। ਕੋਈ ਗਿਆਨੀ ਧਰਮ ਸਿੰਘ ਨੇ ਜੋ ਗੱਲਾਂ ਕਹੀਆਂ ਨੇ ਉਹਨਾਂ ਕੋਈ ਤੁਸੀਂ ਐਡ ਕਰਨੀ ਹੋਵੇ ਹੋਰ? ਬਿਲਕੁਲ ਜੀ ਬਿਲਕੁਲ। ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਮੇਰੀ ਗੱਲ ਕੱਟੀ ਗਈ ਵਿੱਚ ਵੀ ਬਹੁਤ ਸਾਰੀਆਂ ਬਿਮਾਰੀਆਂ ਸੀ ਜਿਹਦੇ ਵਿੱਚ ਇਹ ਜਿਹੜੀ ਛੂਤ ਦੀ ਬਿਮਾਰੀ ਹੋਣ ਕਰਕੇ ਜ਼ਿਆਦਾ ਲੋਕਾਂ ਤੇ ਅਸਰ ਛੱਡੀ ਆ। ਸਾਨੂੰ ਟੈਲੀਵਿਜ਼ਨਾਂ ਰਾਹੀਂ ਕੀ ਕਹਿੰਦੇ ਨੇ ਮੀਡੀਆ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਕਿਸੇ ਤਰੀਕੇ ਨਾਲ ਇਸ ਬਿਮਾਰੀ ਦਾ ਪਤਾ ਲੱਗ ਗਿਆ। ਮਾਣਯੋਗ ਡਾਕਟਰ ਸਾਹਿਬਾਨਾਂ ਨੇ, ਮਾਣਯੋਗ ਵਿਗਿਆਨੀਆਂ ਨੇ, ਨਰਸਾਂ ਨੇ ਔਰ ਜਿੰਨੇ ਵੀ ਪੁਲਿਸ ਨੇ ਜਾਂ ਸਫਾਈ ਸੇਵਕਾਂ ਨੇ ਸਾਨੂੰ ਇਸ ਪ੍ਰਤੀ ਬਹੁਤ ਜਾਗਰੂਕ ਕੀਤਾ। ਤੇ ਪਹਿਲੇ ਸਮਿਆਂ ਵਿੱਚ ਵੀ ਬਿਮਾਰੀਆਂ ਹੁੰਦੀਆਂ ਸੀ ਉਦੋਂ ਜਾਗਰੂਕਤਾ ਘੱਟ ਸੀ। ਇਸ ਤਰ੍ਹਾਂ ਜਿਵੇਂ ਅੱਜ ਬਹੁਤ ਸੋਹਣੇ ਤਰੀਕੇ ਨਾਲ ਲੋਕ ਜਾਗ ਗਏ ਤੇ ਅਵੇਅਰਨੈਸ ਹੋ ਗਏ, ਪਹਿਲਾਂ ਨਹੀਂ ਜਾਗਦੇ ਸੀ ਅਤੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਸੀ। ਗੁਰੂ ਸਾਹਿਬਾਨਾਂ ਦੇ ਸਮੇਂ ਵੀ ਇਹ ਬਿਮਾਰੀਆਂ ਫੈਲੀਆਂ। ਪਲੇਗ ਦੀ ਬਿਮਾਰੀ, ਚੇਚਕ ਦੀ ਬਿਮਾਰੀ ਜਿਹਨੂੰ ਮਾਤਾ ਦੀ ਬਿਮਾਰੀ ਕਹਿ ਦਿੰਦੇ ਆ ਜਾਂ ਮਾਤਾ ਕਹਿ ਦਿੰਦੇ ਆ, ਚਿਕਨ ਪੌਕਸ ਆ, ਜਿਹੜੇ ਸਰੀਰ ਤੇ ਪਾਣੀ ਵਾਲੇ ਛਾਲੇ ਹੋ ਜਾਂਦੇ ਆ, ਇਹ ਅੰਦਰ ਵੀ। ਕਹਿਣ ਦਾ ਮਤਲਬ ਇਹ ਆ ਵੀ ਜਦੋਂ ਕੋਈ ਵੀ ਬਿਮਾਰੀ ਭਿਆਨਕ ਰੂਪ ਧਾਰਨ ਕਰ ਲੈਂਦੀ ਆ ਉਹ ਇੱਕ ਜਾਨਲੇਵਾ ਸਿੱਧ ਹੋ ਜਾਂਦੀ ਆ। ਇਸੇ ਤਰ੍ਹਾਂ ਹੀ ਇਹਨੇ ਇੱਕ ਭਿਆਨਕ ਰੂਪ ਧਾਰਨ ਕੀਤਾ ਹੋਇਆ ਵਾ, ਜਿਹੜੀ ਛੂਤ ਦੀ ਬਿਮਾਰੀ ਵਾਂਗ ਫੈਲਦੀ ਜਾ ਰਹੀ ਆ, ਜਿਹਦੀ ਗ੍ਰਿਫਤ ਦੇ ਵਿੱਚ ਲੋਕ ਆ ਰਹੇ ਨੇ। ਹੁਣ ਆਪਾਂ ਜਿਹੜੀ ਗੱਲ ਕਰਨੀ ਆ ਜਪਜੀ ਸਾਹਿਬ ਬਾਰੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਸਾਨੂੰ ਅਵੇਅਰਨੈਸ ਕੀਤਾ ਹੋਇਆ, ਪਹਿਲਾਂ ਹੀ ਜਾਗਰੂਕ ਕੀਤਾ ਹੋਇਆ ਕਿ ਹੁਕਮ ਹੈ ਅੰਦਰ ਸਭ ਕੋ। ਇਹ ਜਿੰਨੀ ਵੀ ਕਾਇਨਾਤ ਆ, ਜਿੰਨਾ ਵੀ ਬ੍ਰਹਿਮੰਡ ਆ, ਸਾਰਾ ਹੁਕਮ ਦੇ ਵਿੱਚ ਚੱਲ ਰਿਹਾ ਹੈ। ਹੁਕਮ ਮਤਲਬ ਨਿਜ਼ਮ ਦੇ ਵਿੱਚ ਚੱਲ ਰਿਹਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਆ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮਹਿ ਕਾਲਕ, ਪੂਰ ਰਹੋ ਸਰਬ ਠਾਈ। ਜਿਵੇਂ ਮਾਣਯੋਗ ਡਾਕਟਰ ਸਾਹਿਬਾਨ ਜੀ ਨੇ ਆਖਿਆ ਵੀ ਇਹ ਜਿਹੜੀ ਬਿਮਾਰੀ ਆ ਇਹ ਕੁਦਰਤ ਵਿੱਚੋਂ ਪੈਦਾ ਹੋਈ ਹੈ। ਕੁਦਰਤ ਇੱਕ ਅਕਾਲ ਪੁਰਖ ਦਾ ਰੂਪ ਹੈ। ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਪਰ ਇੱਥੇ ਅਕਾਲ ਪੁਰਖ ਦਾ ਰੂਪ ਹੋਣ ਕਰਕੇ ਇੱਥੇ ਜਿਹੜੀ ਕੁਦਰਤ ਆ, ਜੇ ਇਹਦੇ ਵਿੱਚੋਂ ਬਿਮਾਰੀ ਸ਼ੁਰੂ ਹੋਈ ਆ ਤਾਂ ਇਲਾਜ ਵੀ ਇਹਦੇ ਵਿੱਚ ਹੀ ਹੈ। ਜਿਵੇਂ ਇਹਦਾ ਇਲਾਜ ਡਾਕਟਰ ਸਾਹਿਬਾਨਾਂ ਨੇ, ਸਾਇੰਟਿਸਟ ਸਾਹਿਬਾਨਾਂ ਨੇ, ਉਹਨਾਂ ਨੇ ਇਲਾਜ ਲੱਭਣਾ, ਉਹ ਕੁਦਰਤ ਵਿੱਚ ਹੀ ਆ ਰਹੇ ਨੇ। ਸੋ ਕਹਿਣ ਦਾ ਮਤਲਬ ਇਹ ਆ ਵੀ ਹੁਕਮ ਕੀ ਆ, ਹੁਕਮ ਬੁੱਝਣਾ ਪੈਣਾ। ਮਹਾਰਾਜ ਕਹਿੰਦੇ ਜੇ ਹੁਕਮ ਨਹੀਂ ਬੁੱਝਿਆ ਨਾ ਤਾਂ ਤੇਰਾ ਨੁਕਸਾਨ ਹੋ ਸਕਦਾ। ਹੁਣ ਵੇਖੋ, ਅੱਗ, ਪਾਣੀ, ਹਵਾ, ਮਿੱਟੀ, ਹਰ ਇੱਕ ਚੀਜ਼ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਦੀ ਹੈ। ਅੱਗ ਜਿਹੜੀ ਕਿਵੇਂ ਹੁਕਮ ਵਿੱਚ ਚੱਲਦੀ ਹੈ, ਉਹਦੇ ਉੱਤੇ, ਅੱਗ ਦੇ ਉੱਤੇ ਜਿੰਨਾ ਤੇਲ ਪਾਓਗੇ ਉਹਨੇ ਭਾਂਬੜ ਮੱਚਣਾ। ਅੱਗ ਦੇ ਵਿੱਚ ਕੋਈ ਆਮ ਬੰਦਾ ਛਾਲ ਮਾਰ ਦੇ, ਕੋਈ ਵੱਡੇ ਤੋਂ ਵੱਡਾ ਮਹਾਂਪੁਰਖ, ਯੋਧਾ, ਬਲੀ, ਜਿਹੜਾ ਮਰਜੀ ਛਾਲ ਮਾਰ ਦੇਵੇ, ਉਹਨੂੰ ਅੱਗ ਨੇ ਸਾੜਨਾ ਹੀ ਸਾੜਨਾ ਹੈ। ਭਾਵੇਂ ਕਿ ਇਤਿਹਾਸਕ ਕਹਾਣੀਆਂ ਕੁਝ ਹੋਰ ਕਹਿੰਦੀਆਂ ਨੇ, ਪਰ ਅੱਗ ਦਾ ਨਿਯਮ ਹੈ। ਭਾਵੇਂ ਗੁਰੂ ਅਰਜਨ ਸਾਹਿਬ ਮੇਰੇ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਲੰਘ ਕੇ ਗਈ ਆ, ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਉਸ ਅੱਗ ਹੋਣ ਕਰਕੇ ਉਹਨਾਂ ਦਾ ਸਰੀਰ ਕਿਵੇਂ ਛਾਲੇ ਛਾਲੇ ਹੋ ਗਿਆ, ਕਿਵੇਂ ਉਹਨਾਂ ਦਾ ਸਰੀਰ, ਆਪਾਂ ਇਤਿਹਾਸ ਬਾਰੇ ਸਾਰਾ ਜਾਣੂ ਹਾਂ।
ਆਮ ਮਨੁੱਖ ਵੀ ਭਾਵੇਂ ਅੱਗ ਦੇ ਵਿੱਚ ਹੱਥ ਪਾਵੇ ਤਾਂ ਉਹ ਵੀ ਸੜੇਗਾ। ਹੁਣ ਵੇਖੋ ਜਿਹੜੀ ਅੱਗ ਆਪਣੇ ਨਿਯਮ ਦੇ ਵਿੱਚ ਚੱਲ ਰਹੀ ਆ, ਹੁਣ ਜਿਹੜਾ ਸਾਡੇ ਘਰਾਂ ਦੇ ਵਿੱਚ ਬੱਚੇ ਆ, ਜਿਹੜਾ ਛੋਟਾ ਬੱਚਾ ਜਿਹਨੂੰ ਅੱਗ ਬਾਰੇ ਪਤਾ ਨਹੀਂ, ਨਿਯਮ ਬਾਰੇ ਪਤਾ ਨਹੀਂ, ਉਹ ਚੁੱਲ੍ਹੇ ਕੋਲੇ ਭੱਜ ਕੇ ਜਾਂਦਾ, ਮਾਵਾਂ ਰੋਕਦੀਆਂ ਨੇ, ਉਹ ਜਦੋਂ ਚੁੱਲ੍ਹੇ ਕੋਲੇ ਭੱਜ ਕੇ ਜਾਂਦਾ ਤਾਂ ਲੱਕੜ ਕੱਢ ਕੇ ਮੂੰਹ ਦੇ ਵਿੱਚ ਪਾਉਣ ਨੂੰ ਫਿਰਦਾ ਬੱਚਾ। ਤੇ ਕਈ ਬੱਚੇ ਮਾਂ ਦਾ ਜੇ ਨਾ ਧਿਆਨ ਹੋਵੇ, ਨਾ ਧਿਆਨ ਹੋਵੇ, ਅੱਗ ਨੂੰ ਮੂੰਹ ਵਿੱਚ ਪਾ ਲੈਂਦੇ ਨੇ। ਉਹ ਬੱਚੇ ਨੂੰ ਅੱਗ ਦਾ ਨਿਯਮ ਨਹੀਂ ਪਤਾ ਤੇ ਉਹ ਨੁਕਸਾਨ ਕਰਾ ਕੇ ਬੈਠ ਜਾਂਦਾ। ਨਾਨਕ ਹੁਕਮ ਹੈ ਜੇ ਬੁੱਝੈ, ਉਹ ਬੱਚੇ ਨੇ ਅਜੇ ਹੁਕਮ ਬੁੱਝਿਆ ਨਹੀਂ, ਸਮਝਿਆ ਨਹੀਂ, ਕਿਉਂਕਿ ਉਹ ਅਜੇ ਬਹੁਤ ਛੋਟਾ ਹੈ, ਉਹ ਦਿਮਾਗੀ ਤੌਰ ਤੇ ਜੇ ਆਪਣੇ ਆਪ ਕ੍ਰੀਏਟ ਨਹੀਂ ਕਰ ਸਕਿਆ। ਅਸੀਂ ਕਿਉਂ ਨਹੀਂ ਲੱਕੜ ਮੂੰਹ ਵਿੱਚ ਪਾਉਂਦੇ, ਅੱਗ ਕਿਉਂ ਨਹੀਂ ਮੂੰਹ ਵਿੱਚ ਪਾਉਂਦੇ, ਕਿਉਂ ਨਹੀਂ ਹੱਥ ਲਾਉਂਦੇ? ਕਿਉਂਕਿ ਅਸੀਂ ਹੁਕਮ ਨੂੰ ਬੁੱਝ ਲਿਆ। ਇਸੇ ਤਰ੍ਹਾਂ ਜਿਹੜੀ ਬਿਮਾਰੀ ਹੈ, ਇਹ ਡਾਕਟਰ ਸਾਹਿਬਾਨ ਜਿਹੜੇ ਉਸ ਸਮੇਂ ਸਾਇੰਟਿਸਟ ਸੀ, ਮੈਂ ਪਹਿਲਾਂ ਵੀ ਦੱਸ ਦਿੱਤਾ ਵੀ ਵੱਖ-ਵੱਖ ਥਿਊਰੀਆਂ ਨੇ, ਆਪਾਂ ਥਿਊਰੀਆਂ ਪਿੱਛੇ ਨਹੀਂ ਜਾਣਾ, ਆਪਾਂ ਇਹ ਸਮਝਣਾ ਵੀ ਬਿਮਾਰੀ ਕਿਵੇਂ ਪੈਦਾ ਹੋਈ। ਮੰਨ ਲਓ ਜੇ ਉਹ ਸਾਇੰਟਿਸਟ ਕੋਈ ਐਕਸਪੈਰੀਮੈਂਟ ਕਰ ਰਹੇ ਸੀ, ਚੰਗਾ ਕਰ ਰਹੇ ਸੀ, ਉਹਦੇ ਵਿੱਚੋਂ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਵੀ ਹੋਇਆ ਕੀ ਅਸਲ ਦੇ ਵਿੱਚ। ਇਹ ਬਿਮਾਰੀ ਭਿਆਨਕ ਰੂਪ ਧਾਰਨ ਕਰ ਗਈ, ਉਹ ਬਿਮਾਰੀ ਪੈਦਾ ਹੋ ਗਈ। ਹੁਣ ਜਿਹੜੀ ਉਹ ਬਿਮਾਰੀ ਆ, ਉਹ ਬਿਮਾਰੀ ਨੇ ਆਪਣੇ ਨਿਯਮ ਦੇ ਵਿੱਚ ਚੱਲਣਾ, ਉਹ ਬਿਮਾਰੀ ਕੁਦਰਤ ਦੇ ਵਿੱਚ ਆ ਗਈ। ਤੇ ਜਿਵੇਂ ਬਾਕੀ ਕੁਦਰਤ ਨਿਯਮ ਦੇ ਵਿੱਚ ਚੱਲ ਰਿਹਾ, ਇਹ ਵੀ ਇੱਕ ਨਿਯਮ ਦੇ ਵਿੱਚ ਚੱਲ ਦੇਣਾ। ਜਿਵੇਂ ਅੱਗ ਦੀ ਲਪੇਟ ਵਿੱਚ ਜਿਹੜਾ ਆਈ ਜਾਂਦਾ ਉਹਨੇ ਸਾੜੀ ਜਾਣਾ ਨਾ, ਪਾਣੀ ਦੀ ਲਪੇਟ ਵਿੱਚ ਜਿਹੜਾ ਆਈ ਜਾਂਦਾ ਉਹਨੇ ਡੋਬੀ ਜਾਣਾ। ਇਸੇ ਤਰ੍ਹਾਂ ਇਹ ਬਿਮਾਰੀ ਵੀ ਹੁਕਮ ਵਿੱਚ ਚੱਲਣ ਲੱਗ ਗਈ। ਜਿਹੜਾ ਇਹਦੀ ਲਪੇਟ ਵਿੱਚ ਆ ਗਿਆ, ਜਿਹਦੇ ਤੇ ਜ਼ਿਆਦਾ ਅਟੈਕ ਹੋ ਗਿਆ, ਉਹ ਜਾਨਲੇਵਾ ਹੋ ਸਕਦਾ, ਮੌਤ ਵੀ ਹੋ ਸਕਦੀ ਆ। ਨਹੀਂ ਤਾਂ ਕਈ ਡਾਕਟਰ ਸਾਹਿਬਾਨਾਂ ਦੇ ਜੋ ਐਕਸਪੈਰੀਮੈਂਟ ਕਰ ਰਹੇ ਨੇ, ਜੋ ਦਵਾਈਆਂ ਬਣਾ ਰਹੇ ਨੇ, ਜਿਸ ਤਰ੍ਹਾਂ ਵੀ ਇਲਾਜ ਕਰ ਰਹੇ ਨੇ, ਲੋਕ ਬਚ ਵੀ ਰਹੇ ਨੇ। ਕਹਿਣ ਦਾ ਮਤਲਬ ਇਹ ਆ ਵੀ ਉਹਨੂੰ ਜਿਹੜੇ ਡਾਕਟਰ ਸਾਹਿਬਾਨਾਂ ਨੇ ਸਮਝ ਲਿਆ ਬਿਮਾਰੀ ਨੂੰ, ਉਹਨਾਂ ਨੇ ਜਿਵੇਂ ਆਪਾਂ ਅੱਗ ਨੂੰ ਸਮਝ ਲਿਆ ਤੇ ਅੱਗ ਨੂੰ ਕਾਬੂ ਕਰ ਲਿਆ, ਬੱਚੇ ਨੇ ਨਹੀਂ ਸਮਝਿਆ, ਉਹ ਅੱਗ ਦਾ ਸ਼ਿਕਾਰ ਹੋ ਗਿਆ। ਇਸੇ ਤਰ੍ਹਾਂ ਜਿਨ੍ਹਾਂ ਡਾਕਟਰ ਸਾਹਿਬਾਨਾਂ ਨੇ, ਲੋਕਾਂ ਨੇ ਅਵੇਅਰਨੈਸ ਹੋ ਕੇ ਇਸ ਬਿਮਾਰੀ ਨੂੰ ਸਮਝ ਲਿਆ, ਉਹ ਬਚ ਗਏ। ਜਿਨ੍ਹਾਂ ਨੇ ਨਹੀਂ ਸਮਝਿਆ, ਉਹ ਇਹਦੀ ਗ੍ਰਿਫਤ ਵਿੱਚ ਹੋ ਗਏ। ਚੱਲ ਰਹੇ ਹੁਕਮ ਦੇ ਵਿੱਚ ਹੀ ਰਹੀ ਆ, ਇਹ ਹੁਕਮ ਤੋਂ ਬਾਹਰ ਨਹੀਂ। ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਸਮਝਣਾ ਪੈਣਾ ਵੀ ਇਹ ਜਿਹੜਾ ਹੁਕਮ ਚੱਲ ਰਿਹਾ, ਇਹ ਨਾਨਕ ਹੁਕਮ ਹੈ ਜੇ ਬੁੱਝੈ, ਹੁਕਮ ਸਮਝਣਾ ਪੈਣਾ ਵੀ ਅਸੀਂ ਇਹਦੀ ਗ੍ਰਿਫਤ ਵਿੱਚ ਨਹੀਂ ਆਉਣਾ। ਇਹ ਖਤਮ ਕਿਵੇਂ ਹੋਏਗੀ? ਇਹ ਜਿਵੇਂ ਬਾਕੀ ਬਿਮਾਰੀਆਂ ਸੀ, ਜਿਵੇਂ ਬਾਕੀ ਬਿਮਾਰੀਆਂ, ਇੱਕ ਮਿੰਟ ਹੋਰ ਆ ਜੀ, ਜਿਵੇਂ ਬਾਕੀ ਬਿਮਾਰੀਆਂ ਸੀ, ਉਹਨਾਂ ਦਾ ਇਲਾਜ ਲੱਭ ਕੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਕੀਤਾ ਗਿਆ, ਇਸ ਤਰ੍ਹਾਂ ਹੀ ਇਸ ਬਿਮਾਰੀ ਨੂੰ ਵੀ ਕੰਟਰੋਲ ਦੇ ਵਿੱਚ ਕੀਤਾ ਜਾਏਗਾ। ਜਿੰਨੇ ਵੀ ਡਾਕਟਰ ਸਾਹਿਬਾਨ ਨੇ, ਜਾਂ ਆਪਣੇ ਸਾਇੰਟਿਸਟ ਸਾਹਿਬਾਨ ਨੇ, ਨਰਸ ਸਾਹਿਬਾਨ ਨੇ, ਪੁਲਿਸ ਸਾਹਿਬਾਨ ਜਾਂ ਜਿੰਨੇ ਵੀ ਸਫਾਈ ਕਰਮਚਾਰੀ ਨੇ, ਜਿਹੜੇ ਵੀ ਲੋਕ ਜਾਗਰੂਕ ਕਰਦੇ ਨੇ, ਉਹਨਾਂ ਸਾਰਿਆਂ ਨੂੰ ਸਲੂਟ ਆ, ਜਿਨ੍ਹਾਂ ਨੇ ਇਸ ਦੁਨੀਆ ਨੂੰ, ਕਾਇਨਾਤ ਨੂੰ ਬਚਾਉਣ ਲਈ ਇਸ COVID-19 ਦੇ ਨਾਲ, ਇਸ ਭਿਆਨਕ ਬਿਮਾਰੀ ਦੇ ਨਾਲ ਮੱਥਾ ਲਾਇਆ ਜੀ। ਥੈਂਕ ਯੂ। ਦੇਖੋ ਹੁਣ ਜਿਵੇਂ ਮਹਾਰਾਜ ਸ਼ਲੋਕ ਦੇ ਵਿੱਚ ਕਹਿੰਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਵਿਦਾਈ ਦਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹਾਂਜੀ, ਇਹਦੇ ਵਿੱਚ ਜਿਹੜੇ ਕੰਪੇਅਰ ਕੀਤੇ ਸਾਡੇ ਜਿਹੜੇ ਨੈਚੁਰਲ ਰਿਸੋਰਸਿਸ ਨੇ, ਉਹਨਾਂ ਨੂੰ ਗੁਰੂ ਤੇ ਮਾਂ ਪਿਓ ਦੇ ਨਾਲ ਕੰਪੇਅਰ ਕੀਤਾ। ਜਗਤ ਦਾ ਕਿਵੇਂ ਪਸਾਰਾ ਚੱਲ ਰਿਹਾ, ਜਿਵੇਂ ਦੋ ਨਰਸਾਂ ਦੀ ਗੋਦ ਦੇ ਵਿੱਚ ਖੇਲ ਰਿਹਾ ਜਗਤ ਦਿਨ ਤੇ ਰਾਤ ਦੇ। ਪਰ ਹੈ ਫਿਰ ਆਪੋ ਆਪਣੇ ਕਰਮਾਂ ਦਾ ਨਤੀਜਾ, ਜਿਹੋ ਜਿਹਾ ਅਸੀਂ ਕਰਾਂਗੇ ਉਹੋ ਜਿਹਾ ਭਰਾਂਗੇ। ਬਿਲਕੁਲ ਜੀ। ਹੈਂਡ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਹੜੇ ਉਹਦੇ ਨਾਲ ਜੁੜੇ ਨੇ ਉਹ ਆਪ ਵੀ ਤਰ ਜਾਂਦੇ, ਦੂਜਿਆਂ ਨੂੰ ਵੀ ਤਾਰ ਲੈਂਦੇ ਨੇ। ਪਰ ਇਹ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਨੇ, ਜਿਵੇਂ ਕਾਲੀ ਦਹੀਂ ਹੈ ਪੰਜਾਬ ਦੇ ਵਿੱਚ, ਇਹ ਜੀ ਕਿੰਨਾ ਉਹ ਮੰਨ ਲਓ ਟੌਕਸਿਕ ਪ੍ਰੋਡਕਟਸ ਨਾਲ ਭਰ ਗਈ, ਉਹਨੂੰ ਬਿਮਾਰੀ ਪੈਦਾ ਕਰਨੀ ਆ। ਜਾਂ ਜਿਵੇਂ ਹੁਣ ਜਦੋਂ ਰਾਈਸ ਦਾ ਜਿਹੜਾ ਛਿਲਕਾ ਹੁੰਦਾ, ਉਹਨੂੰ ਜਦੋਂ ਬਾਲਦੇ ਨੇ, ਕਿੰਨੀ ਮਤਲਬ ਅੱਗ ਪੋਲਿਊਸ਼ਨ ਹੁੰਦੀ ਹੈ, ਉਹਦੇ ਨਾਲ ਫਿਰ ਰੈਸਪੀਰੇਟਰੀ ਡਿਸਆਰਡਰਸ ਵੱਧ ਜਾਂਦੇ ਆ। ਕੀ ਖਿਆਲ ਹੈ ਡਾਕਟਰ ਵਿੰਦਰ ਸਿੰਘ ਜੀ, ਤੁਸੀਂ ਇਹਦੇ ਤੇ ਆਪਣੇ ਵਿਚਾਰ ਦੱਸੋ। ਹਾਂਜੀ, ਬਿਲਕੁਲ ਠੀਕ ਹੈ। ਪੋਲਿਊਸ਼ਨ ਤੇ ਗੱਲ ਡਾਕਟਰ ਸਾਹਿਬ ਨੇ ਕੀਤੀ ਹੈ, ਤੇ ਸਾਡਾ ਪਹਿਲਾ ਵਿਸ਼ਾ ਚੱਲ ਰਿਹਾ ਸੀ ਹੱਥ ਧੋਣ ਤੇ, ਮੇਰੀ ਵਿੱਚੇ ਕੱਟੀ ਗਈ ਸੀ ਕਿ ਪਹਿਲਾਂ ਮੈਂ ਉਸ ਗੱਲ ਨੂੰ ਕੰਟੀਨਿਊ ਰੱਖਣਾ ਚਾਹਾਂਗਾ। ਜਿਸ ਤਰ੍ਹਾਂ ਹੁਣ ਆਪਣੇ ਵੀਰ ਜੀ ਗੁਰਪ੍ਰੀਤ ਸਿੰਘ ਨੇ ਗੱਲ ਕੀਤੀ ਸੀ ਨਾ, ਵੀ ਬੱਚਾ ਅੱਗ ਨੂੰ ਚਮਕਦੀ ਵੇਖ ਕੇ ਉਹਨੂੰ ਸਮਝਦਾ ਬੜੀ ਅੱਛੀ ਚੀਜ਼ ਹੈ। ਗੁਰਬਾਣੀ ਚ ਲਾਈਨ ਆਉਂਦੀ ਹੈ, ਚੰਚਲ ਮਤ ਬਾਰਕ ਬੱਪਰੇ ਕੇ। ਕਹਿੰਦੇ ਜਿਹੜਾ ਛੋਟਾ ਬੱਚਾ ਹੈ ਨਾ, ਉਹ ਬੱਪੜ ਹੈ, ਉਹਨੂੰ ਸਮਝ ਨਹੀਂ ਹੈਗੀ। ਸਰਪ ਅਗਨ ਕਰ ਮੇਲੇ, ਉਹ ਸੱਪ ਨੂੰ ਖਿਡੌਣਾ ਸਮਝ ਕੇ ਹੱਥ ਪਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਨਹੀਂ ਪਤਾ ਇਹਨੇ ਡੰਗ ਮਾਰ ਦੇਣਾ। ਤੇ ਅੱਗ ਨੂੰ ਚਮਕਦੀ ਵੇਖ ਕੇ ਸਮਝਦਾ, ਜਿੱਦਾਂ ਸਾਨੂੰ ਸੋਨਾ ਅੱਛਾ ਲੱਗਦਾ ਨਾ, ਚਮਕਦੀ ਗੋਲਡਨ ਚੀਜ਼ ਦੇਖ ਕੇ ਉਹਨੂੰ ਲੱਗਦਾ ਬੜੀ ਅਟਰੈਕਟਿਵ ਚੀਜ਼ ਹੈਗੀ ਹੈ। ਤੇ ਸਰਪ ਦੇ ਅੱਗ ਨੂੰ ਹੱਥ ਪਾਉਂਦਾ, ਪਰ ਕਹਿੰਦੇ ਬਚਦਾ ਕਿਸ ਤਰ੍ਹਾਂ?
ਜਿੱਦਾਂ ਸਾਨੂੰ ਗੁਰੂ ਬਚਾਉਂਦਾ ਹੈ, ਮਾਤਾ ਪਿਤਾ ਕੰਠ ਲਾਏ ਰੱਖੈ। ਤੇ ਜਦੋਂ ਮਾਤਾ ਪਿਤਾ ਨੂੰ ਪਤਾ ਹੁੰਦਾ ਹੈ ਵੀ ਸਪਨੇ ਨੂੰ ਡੰਗ ਮਾਰ ਦੇਣਾ, ਅੱਗ ਨੇ ਸਾੜ ਦੇਣਾ, ਉਹ ਮਾਤਾ ਪਿਤਾ ਉਹਨੂੰ ਬਚਾ ਕੇ ਰੱਖਦੇ ਨੇ। ਤੇ ਸਾਡਾ ਗੁਰੂ, ਸਾਡਾ ਧਰਮ ਸਾਨੂੰ ਇਹਨਾਂ ਚੀਜ਼ਾਂ ਤੋਂ ਐਡਵਾਂਸ ਬਚਾ ਕੇ ਰੱਖਦਾ ਹੈ। ਮਾਤਾ ਪਿਤਾ ਕੰਠ ਲਾਏ ਰੱਖੈ, ਅਨੰਦ ਸਹਿਜ ਤਬ ਖੇਲੈ। ਤੇ ਫਿਰ ਬੱਚਾ ਆਨੰਦ ਨਾਲ ਖੇਡਦਾ, ਕਿਉਂਕਿ ਪ੍ਰੋਟੈਕਸ਼ਨ ਵਿੱਚ ਹੈ। ਮਾਤਾ ਪਿਤਾ ਨੇ ਦੱਸ ਦੇਣਾ ਕਿ ਇਹ ਚੀਜ਼ ਤੋਂ ਤੂੰ ਪਹਿਲਾਂ ਹੀ ਬਚ ਜਾ, ਇਹਦੇ ਨਾਲ ਨਾ ਖੇਡ, ਇਹ ਤੈਨੂੰ ਡੰਗ ਮਾਰੇਗੀ, ਅੱਗ ਤੈਨੂੰ ਸਾੜੇਗੀ। ਸੋ ਸਿਮਿਲਰਲੀ, ਜਿਸ ਤਰ੍ਹਾਂ ਅਸੀਂ ਸਵੱਛਤਾ ਤੇ ਗੱਲ ਕਰ ਰਹੇ ਸਾਂ, ਪੋਲਿਊਸ਼ਨ ਤੋਂ ਪਹਿਲਾਂ ਮੈਂ ਪੁਰਾਣਾ ਜਿਹੜਾ ਟੌਪਿਕ ਸੀ, ਇੱਕ ਦੋ ਚੀਜ਼ਾਂ ਮੇਰੇ ਮਨ ਚ ਆਈਆਂ, ਮੈਂ ਸ਼ੇਅਰ ਕਰਨੀਆਂ ਚਾਹੁੰਦਾ ਵਾਂ। ਜਿਸ ਤਰ੍ਹਾਂ ਸੁੱਚਤਾ ਦੇ 2 ਅੰਗ ਹੈ। ਆਮ ਤੌਰ ਤੇ ਧਰਮ ਦੇ ਵਿੱਚ ਸੁੱਚਤਾ ਨੂੰ, ਕਿਉਂਕਿ ਗੁਰਬਾਣੀ ਚਲਾਈ ਨਾ ਆਉਂਦੀ ਹੈ, ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਾਵੈ। ਕਹਿੰਦੇ ਜੇ ਨਹਾਉਣ ਨਾਲ ਹੀ ਬੰਦੇ ਨੇ ਭਗਤ ਬਣ ਜਾਣਾ, ਤੇ ਡੱਡੂ ਵੱਡਾ ਭਗਤ ਹੈ, ਉਹ 24 ਘੰਟੇ ਨਹਾਉਂਦਾ ਹੈ। ਲੇਕਿਨ ਅਸੀਂ ਗੁਰਬਾਣੀ ਦੇ ਅਰਥ ਜਿਹੜੇ ਹੈ ਨਾ, ਵਨ ਸਾਈਡਡ ਕਰ ਲੈਣਾ, ਬੈਲੈਂਸ ਨਹੀਂ ਕੱਢਦੇ। ਪਰ ਦੂਜੇ ਪਾਸੇ ਗੁਰਬਾਣੀ ਕੀ ਕਹਿੰਦੀ ਪਈ ਹੈ? ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਹਿੰਦੇ ਤੂੰ ਇਸ਼ਨਾਨ ਕਰ ਤੇ ਪ੍ਰਭੂ ਦਾ ਸਿਮਰਨ ਕਰ। ਜਿਹੜਾ ਇਸ਼ਨਾਨ ਹੈ ਤੇਰੀ ਸਰੀਰ ਨੂੰ ਸਵੱਛਤਾ ਦੇਗਾ ਤੇ ਤੈਨੂੰ ਬਿਮਾਰੀਆਂ ਤੋਂ ਬਚਾਏਗਾ, ਤਨ ਰੋਗ ਹੋ ਜਾਏਗਾ। ਤੇ ਮਨ ਰੋਗ ਕਰਨ ਵਾਸਤੇ ਸਿਮਰ ਪ੍ਰਭ ਆਪਣਾ, ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ, ਅੱਛਾ ਜੀਵਨ ਜੀਵਤ ਕਰ। ਠੀਕ ਹੈ। ਸੋ ਕਹਿਣ ਦਾ ਮਕਸਦ ਹੈ ਕਿ ਆਮ ਤੌਰ ਤੇ ਅਸੀਂ ਸੁਚਮਤਾ ਨੂੰ ਪਖੰਡ ਸਮਝ ਲੈਂਦੇ ਹਾਂ। ਪਖੰਡ ਨਹੀਂ ਹੈਗਾ। ਪਰ ਦੂਜੇ ਪਾਸੇ ਜਿਹੜਾ ਇੱਕ ਭਗਤ ਹੈ, ਉਹ ਸੁਚਮਤਾ ਨੂੰ ਧਰਮ ਸਮਝ ਲੈਂਦਾ ਹੈ। ਧਰਮ ਨਹੀਂ ਹੈਗਾ। ਸੁਚਮਤਾ ਨਾ ਤਾਂ ਪਖੰਡ ਹੈ ਤੇ ਨਾ ਧਰਮ ਹੈ। ਸੁਚਮਤਾ ਹੈਗਾ ਸਰੀਰ ਨੂੰ ਤੰਦਰੁਸਤ ਰੱਖਣ ਦਾ ਇੱਕ ਸਾਧਨ। ਤੇ ਨਾਨਕ ਸੋਪਰਾ ਸਬਰੀਏ ਤਿਸ ਦੇਹੀ ਕੋ ਪਾਲ। ਜਦੋਂ ਤੱਕ ਸਾਡੀ ਸਿਹਤ ਚੰਗੀ ਹੈ, ਤਦ ਹੀ ਆਪਾਂ ਸਾਰੀ ਸੇਵਾ ਤੇ ਸਿਮਰਨ ਕਰ ਸਕਦੇ ਹਾਂ। ਸਰੀਰ ਨੂੰ ਨਹੀਂ ਸੰਭਾਲਾਂਗੇ ਤੇ ਸਰੀਰ ਦੇ ਅੰਦਰ ਜਿਹੜੀ ਆਤਮਾ ਹੈ, ਉਹ ਬਹੁਤਾ ਚਿਰ ਸਸਟੇਨ ਨਹੀਂ ਕਰੇਗੀ। ਸਰੀਰ ਦੇ ਅੰਦਰਲਾ ਮਨ ਹੈ, ਇਹਨੂੰ ਸਰੀਰ ਦੀ ਜ਼ਰੂਰਤ ਹੈ। ਸੋ ਸਿਰਫ ਫਰਕ ਇਹ ਸੀ ਕਿ ਅਸੀਂ ਸੁਚਮਤਾ ਨੂੰ ਧਰਮ ਦਾ ਅੰਗ ਸਮਝ ਲਿਆ। ਧਰਮ ਦਾ ਅੰਗ ਨਹੀਂ ਹੈ, ਲੇਕਿਨ ਇਹ ਜ਼ਰੂਰੀ ਬਹੁਤ ਹੈ, ਕਿਉਂਕਿ ਇਹ ਹੈਲਥ ਦਾ ਅੰਗ ਹੈ। ਬੜੀਆਂ ਸੰਪਰਦਾਵਾਂ ਹੈ, ਮੇਰੀ ਨੌਲੇਜ ਹੈ, ਮੈਨੂੰ ਗੁਰਮੁਖਾਂ ਦੱਸਿਆ ਕਿ ਜਦੋਂ ਸੰਪਰਦਾਵਾਂ ਤੁਹਾਨੂੰ ਪੜ੍ਹਾਉਂਦੀਆਂ ਨੇ ਨਾ, ਤੇ ਉਹਦੇ ਵਿੱਚ ਇੱਕ ਸਬਜੈਕਟ ਹੈਲਥ ਦਾ ਵੀ ਹੁੰਦਾ ਹੈ। ਹੈਲਥ ਦਾ ਸਬਜੈਕਟ ਇਸੇ ਵਾਸਤੇ ਕਿ ਤੁਸੀਂ ਕਿੱਦਾਂ ਤੰਦਰੁਸਤ ਰਹਿਣਾ ਹੈ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ। ਗੁੱਡ ਪੁਆਇੰਟ। ਹਾਂਜੀ, ਇਹ ਵੀ ਜਪਜੀ ਸਾਹਿਬ ਕਹਿੰਦੇ, ਗਾਵੀਆ ਸੁਣੀਆ ਮਨ ਰੱਖੀਏ ਪਾਉ ਕਰ ਲੈ ਜਾਏ। ਹਾਂਜੀ ਜਾਏ। ਹਾਂਜੀ। ਤੇ ਸੋ ਯੈਸ ਸਰ। ਸੋ ਇਹ ਸੁਚਮਤਾ ਦਾ 2 ਪਾਰਟ ਹੋ ਗਏ। ਠੀਕ ਹੈ। ਸਿਮਿਲਰਲੀ ਜਦੋਂ ਅਸੀਂ ਡਿਸਟੈਂਸਿੰਗ ਦੀ ਗੱਲ ਕਰਦੇ ਹਾਂ, ਪੋਲਿਊਸ਼ਨ ਦੀ ਗੱਲ ਹੋਈ ਹੈ, ਪੋਲਿਊਸ਼ਨ ਦਾ ਵੀ ਸੇਮ ਚੀਜ਼ ਹੈਗਾ ਵੀ ਸਾਨੂੰ ਐਟ ਜਿਹੜਾ ਵਾਤਾਵਰਨ ਹੈ, ਇਹਨੂੰ ਸੰਭਾਲ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ। ਯੈਸ। ਕੁਦਰਤ ਨੇ ਜੋ ਸਾਨੂੰ ਚੀਜ਼ ਦੇ ਦਿੱਤੀ ਹੈ, ਠੀਕ ਹੈ, ਤੇ ਉਹਨੂੰ ਅਸੀਂ ਵਧਾਉਣਾ ਹੈ, ਘਟਾਉਣਾ ਹੈ, ਕਿ ਡਿਸਟਰੋਏ ਕਰਨਾ ਹੈ, ਕਿ ਸੰਭਾਲਣਾ ਹੈ, ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਹਾਂਜੀ। ਦੇਖੋ ਹੁਣ ਆਪਣੇ ਡਾਕਟਰ ਸਾਹਿਬ, ਪੰਜਾਬ ਜਿਹੜੀ ਆ ਗੁਰੂਆਂ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਉਹਦੇ ਵਿੱਚ ਹੀ ਇਹ ਜਿਹੜੀ ਪੋਲਿਊਸ਼ਨ ਆਊਟ ਆਫ ਕੰਟਰੋਲ ਹੋ ਰਹੀ ਹੈ। ਇੰਨੇ ਵੇਦ ਵੀ, ਰਿਗਵੇਦ ਵਗੈਰਾ ਵੀ, ਗੁਰੂ ਗ੍ਰੰਥ ਸਾਹਿਬ ਦਾ ਵੀ ਸੰਪਾਦਨ ਹੋਇਆ ਤੇ ਵਾਈ ਇਜ਼ ਇਟ ਕਿ ਬਈ ਅਸੀਂ ਕੁਰਾਹੇ ਪਏ ਹੋਏ ਹਾਂ। ਉਹਦੇ ਵਿੱਚ ਡਾਕਟਰ ਸਾਹਿਬ ਕੁਝ ਗੱਲਾਂ ਕਹਿਣ ਨੂੰ ਬੁਰੀਆਂ ਲੱਗਦੀਆਂ, ਪਰ ਜਦੋਂ ਅਸੀਂ ਪੁੱਛਿਆ ਤੇ ਕਹਿਣਾ ਪਏਗਾ। ਐਕਚੁਅਲੀ ਕੀ ਹੈ, ਜਿਹੜੀ ਗਰੀਬੀ ਹੈ ਨਾ, ਗਰੀਬੀ ਤੇ ਮਜਬੂਰੀ, ਹਾਂਜੀ, ਇਹ ਬੜੀ ਵੱਡੀ ਬੰਦੇ ਦੀ ਨਾ ਉਹਦੀ ਕਹਿ ਲਓ, ਉਹਦੀ ਇੱਕ ਡਰਥ ਹੈਗੀ ਹੈ, ਉਹਦੀ ਘਾਟ ਹੈ। ਉਹ ਗਰੀਬੀ ਅਗਿਆਨਤਾ ਨੂੰ ਜਨਮ ਲੈਂਦੀ ਹੈ। ਮਰਦਾ ਕੀ ਨਾ ਕਰਦਾ। ਜਦੋਂ ਸਾਡੀ ਇਕੋਨੋਮੀ ਡਿਸਟਰਬ ਹੁੰਦੀ ਹੈ, ਹਰ ਬੰਦੇ ਨੂੰ ਆਪਾਤਾਪੀ ਪਈ ਹੁੰਦੀ ਹੈ ਕਿ ਮੈਂ ਕਮ ਸੇ ਕਮ ਸਰਵਾਈਵ ਕਰ ਜਾਵਾਂ। ਇੱਥੇ ਮੈਂ ਕਹਾਂਗਾ, ਜੇ ਕਿਸਾਨ ਇਹਨਾਂ ਚੀਜ਼ਾਂ ਨੂੰ ਸਾੜਦਾ ਹੈ ਤੇ ਉਹਦਾ ਕਾਰਨ ਹੈ ਕਿ ਅਲਟਰਨੇਟਿਵ ਕੋਈ ਨਹੀਂ ਹੈਗਾ। ਉਹਨਾਂ ਨੂੰ ਅਸੀਂ ਦੱਸਤਾ ਜ਼ਰੂਰ ਰਹੇ ਹਾਂ ਕਿ ਇਹ ਚੀਜ਼ ਕੰਮ ਗਲਤ ਹੈਗਾ, ਲੇਕਿਨ ਉਹਦਾ ਹੱਲ ਨਹੀਂ ਦੇ ਰਹੇ ਕਿ ਇਹ ਤੋਂ ਬਚਣਾ ਕਿੱਦਾਂ, ਤਾਂ ਜੋ ਐਸਾ ਹੱਲ ਹੋਵੇ ਜਿਸ ਹੱਲ ਦੇ ਨਾਲ ਉਹਨਾਂ ਦਾ ਫਾਈਨੈਂਸ਼ੀਅਲ ਨੁਕਸਾਨ ਵੀ ਨਾ ਹੋਵੇ, ਤੇ ਇਹ ਜਿਹੜੀ ਚੀਜ਼ਾਂ ਨੂੰ ਸਾੜਦੇ ਆ, ਇਹਨਾਂ ਨੂੰ ਚੰਗੇ ਪਾਸੇ ਵਰਤਿਆ ਜਾਵੇ। ਕਿਉਂਕਿ ਹੈ ਤੇ ਅੱਗ ਹੈ, ਅੱਗ ਤੇ ਸਾਡੇ ਵਾਸਤੇ ਜਿਹੜੀ ਹੀਟ એનર્ਜੀ ਸਾਨੂੰ ਚਾਹੀਦੀ ਹੈ, ਲੇਕਿਨ ਉਹਨੂੰ ਸਹੀ ਤਰ੍ਹਾਂ ਯੂਜ਼ ਕਰਨਾ ਹੈ। ਜਿਸ ਤਰ੍ਹਾਂ ਵੀਰ ਗੁਰਪ੍ਰੀਤ ਸਿੰਘ ਜੀ ਨੇ ਉਹਨੂੰ ਦੱਸਿਆ ਸੀ, ਅੱਗ ਬਾਰੇ ਗੱਲ ਕੀਤੀ ਸੀ, ਤੇ ਉਹ ਮੈਨੂੰ ਭਾਈ ਗੁਰਦਾਸ ਜੀ ਦੀ ਲਾਈਨ ਯਾਦ ਆ ਗਈ। ਉਹ ਕਹਿੰਦੇ, ਕਾਹੂ ਗ੍ਰਹਿ ਕੀ ਅਗਨ ਪਾਗ ਸਾਗ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ। ਉਹ ਕਹਿੰਦੇ ਹੈ ਤੇ ਅੱਗ ਹੀ ਹੈ,
ਇੱਕ ਅੱਗ ਕੀ ਕਰਦੀ ਹੈ, ਜਦੋਂ ਤੁਸੀਂ ਉਹਨੂੰ, ਜਿੱਦਾਂ ਹੁਣ ਅਸੀਂ ਨਿਊਕਲੀਅਰ ਪਾਵਰ ਹੈਗੀ ਹੈ, ਨਿਊਕਲੀਅਰ એનર્ਜੀ ਨੂੰ ਵਰਤ ਰਹੇ ਹਾਂ ਤੇ 24 ਘੰਟੇ ਅਨਇੰਟਰਪਟਡ ਸਪਲਾਈ ਆ ਰਹੀ ਹੈ, ਅਸੀਂ ਉਸੇ એનર્ਜੀ ਨੂੰ ਪੋਜ਼ਿਟਿਵਲੀ ਯੂਜ਼ ਕਰ ਲਿਆ, ਉਸੇ ਨੂੰ ਅਸੀਂ ਮਨੁੱਖਤਾ ਨੂੰ ਡਿਸਟਰਾਏ ਕਰਨ ਲਈ ਵਰਤ ਸਕਦੇ ਹਾਂ। ਯੈਸ, ਨਿਊਕਲੀਅਰ ਬੰਬ ਬਣਾ ਕੇ, ਤੇ ਜੇ ਨਿਊਕਲੀਅਰ એનર્ਜੀ ਨਾਲ ਅਸੀਂ ਪਲਾਂਟਸ ਲਾ ਲਏ ਆਪਣੇ, ਰਾਈਟ, ਤੇ ਉਹਦੇ ਨਾਲ ਅਸੀਂ ਲੋਕਾਂ ਨੂੰ ਆਪਣਾ ਸਾਰਾ ਇਲੈਕਟ੍ਰਿਸਿਟੀ ਦੇ ਰਹੇ ਹਾਂ। ਸੋ ਭਾਈ ਗੁਰਦਾਸ ਜੀ ਕਹਿੰਦੇ ਕਾਹੂ ਗ੍ਰਹਿ ਕੀ ਅਗਨ ਪਾਕ ਸਾਖ ਸਿੱਧ ਕਰੇ। ਇੱਕ ਅੱਗ ਜਿਹੜੀ ਆ ਘਰ ਦੇ ਵਿੱਚ ਤੁਹਾਨੂੰ ਸੋਹਣੇ ਸੋਹਣੇ ਖਾਣੇ ਪਕਾ ਕੇ ਖਵਾ ਰਹੀ ਹੈ, ਪਰ ਜੇ ਅੱਗ ਨੂੰ ਸੰਭਾਲਣਾ ਨਾ ਆਵੇ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ, ਉਹ ਘਰ ਨੂੰ ਸਾੜ ਦਿੰਦੀ ਹੈ। ਕਿਉਂ? ਸਿਲੰਡਰ ਫਟ ਗਿਆ, ਪ੍ਰੀਕਾਸ਼ਨ ਅਸੀਂ ਲਿੱਤੀਆਂ ਤੇ ਰਸੋਈ ਸੜ ਗਈ, ਬੰਦੇ ਦਾ ਵੀ ਨੁਕਸਾਨ ਹੋ ਗਿਆ। ਸੋ ਚੀਜ਼ ਨੂੰ ਕੰਟਰੋਲ ਜੋ। Thank you. I think what we'll do is, because this is an important program, we will continue next week on the same topic. Yes, thank you very much. More detail ਦੇ ਵਿੱਚ, but right, sir. We're running out of time. I'm going to say that 2 minutes each one of you to give your final views for today. Then we will continue more detail again on the same topic next Wednesday. Gyan Singh ji, last word. ਹਾਂਜੀ, ਬਸ ਇਹੋ ਹੀ ਆ ਕਿ ਵਾਹਿਗੁਰੂ ਜੀ ਦੇ ਸਿਮਰਨ 'ਚ ਜੁੜ ਕੇ ਤੇ ਜਿਹੜੀਆਂ ਗੱਲਾਂ ਦਾ ਸਾਨੂੰ ਪਤਾ ਆ ਕਿ ਇਹ ਗੱਲ ਮੇਰੇ ਵਾਸਤੇ ਤੇ ਮਨੁੱਖਤਾ ਵਾਸਤੇ ਨਹੀਂ ਠੀਕ, ਉਹਨੂੰ ਛੱਡਿਆ ਜਾਏ ਤੇ ਮਨੁੱਖਤਾ ਦੇ ਭਲੇ ਵਾਸਤੇ ਸੋਚਿਆ ਜਾਏ, ਕੀਤਾ ਜਾਏ। ਥੈਂਕ ਯੂ। ਗੁਰਪ੍ਰੀਤ ਸਿੰਘ ਜੀ, ਜਿਵੇਂ ਡਾਕਟਰ ਸਾਹਿਬ ਜੀ ਨੇ ਕਿਹਾ, ਔਰ ਗੁਰਬਾਣੀ ਦਾ ਵੀ ਇਹੀ ਫਰਜ਼ ਹੈ, ਸਾਡੇ ਭਾਈ ਧਰਮ ਸਿੰਘ ਜੀ ਨੇ ਵੀ ਆਖਿਆ, ਤੁਸੀਂ ਵੀ ਆਖ ਰਹੇ ਹੋ ਕਿ ਇਹ ਜਿਹੜੀ ਬਿਮਾਰੀ ਆ ਇਹ ਮਨੁੱਖ ਨੇ ਪੈਦਾ ਕੀਤੀ ਹੈ ਤੇ ਕੋਈ ਕਸੂਰ ਨਹੀਂ ਜੀ। ਇਹਦੇ ਲਈ ਸਾਨੂੰ ਜਾਗਰੂਕ ਹੋਣਾ ਪੈਣਾ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਸੀਂ ਇਸ ਧਰਤੀ ਦੇ ਉੱਤੇ ਸਰਦਾਰ ਹਾਂ, ਸਾਨੂੰ ਵੇਖਣਾ ਪੈਣਾ ਵੀ ਅਸੀਂ ਕਿਵੇਂ ਇਸ ਧਰਤੀ ਤੇ ਜੀਵਣਾ ਹੈ। ਸੋ ਸਤਿਗੁਰੂ ਜੀ ਦੀ ਬਾਣੀ ਨੂੰ ਸਮਝ ਕੇ ਤਨ ਨੂੰ ਤੇ ਮਨ ਨੂੰ ਅਰੋਗ ਕਿਵੇਂ ਕਰਨਾ, ਇਹ ਅਸੀਂ ਦੇਖਣਾ ਜੀ। ਥੈਂਕ ਯੂ ਜੀ, ਥੈਂਕ ਯੂ। ਡਾਕਟਰ ਸਾਹਿਬ। ਹਾਂਜੀ ਸਰ ਮੇਨ ਜਿਹੜੀ ਇਹੀ ਚੀਜ਼ ਹੈ ਕਿ ਜਦੋਂ ਬਿਮਾਰੀ ਆਈ ਹੈ, ਅਸੀਂ ਪੈਨਿਕ ਹੀ ਨਹੀਂ ਹੋਣਾ, ਅਸੀਂ ਇਹਦਾ ਹੱਲ ਲੱਭਣਾ ਹੈ। ਹੱਲ ਲੱਭਣ ਦੇ ਨਾਲ ਇਕੱਲੇ ਵਾਇਰਸ ਨੂੰ ਆਪਾਂ ਅਟੈਕ ਨਹੀਂ ਕਰਨਾ, ਸਮਝਣਾ ਕਿ ਵਾਇਰਸ ਦੀ ਗਲਤੀ ਹੈ, ਅਸੀਂ ਨਾਲ ਦੇ ਨਾਲ ਆਪਣੇ ਸਿਸਟਮ ਦੇ ਵਿੱਚ ਗਲਤੀਆਂ ਵੀ ਲੱਭਣੀਆਂ ਕਿ ਮਨੁੱਖ ਕਿਧਰੇ ਗਲਤ ਨਹੀਂ ਹੋ ਰਿਹਾ। ਜਿਸ ਤਰ੍ਹਾਂ ਕਿ ਇਹਨੇ ਹੋਲ ਅਸੀਂ ਦੇਖੇ, ਵੂਹਾਨ ਤੋਂ ਬਿਮਾਰੀ ਪੈਦਾ ਹੋਈ। ਵੂਹਾਨ ਕੀ ਹੈ? ਪਿਛਲੇ 10-15 ਸਾਲਾਂ ਜਿੰਨੀਆਂ ਐਪੀਡੈਮਿਕਸ ਫੈਲ ਰਹੀਆਂ ਨੇ ਨਾ, ਸਾਰਸ ਫੈਲੀ ਹੈ, ਕੁਝ ਫੈਲਿਆ, ਉਹਦਾ ਬਹੁਤਾ ਸੋਰਸ ਐਨੀਮਲ ਸੋਰਸ ਹੈ। ਜਿੱਥੇ ਜਾਨਵਰਾਂ ਦੀ ਮਾਰਕੀਟ ਹੈ, ਉੱਥੋਂ ਕਦੇ ਹੁੰਦਾ ਚਿਕਨ ਖਾਣਾ ਬੰਦ ਕਰ ਦਿਓ ਜੀ, ਕਦੇ ਕੁਛ ਬੰਦ ਕਰ ਦਿਓ। ਹਮੇਸ਼ਾ ਜਦੋਂ ਇਹੋ ਜਿਹੀ ਬਿਮਾਰੀ ਫੈਲਦੀ ਹੈ ਨਾ, ਤੇ ਨੌਨ ਵੈਜ ਸੋਰਸਿਸ ਸਸਤੇ ਹੋ ਜਾਂਦੇ ਆ। ਕਿਉਂ? ਪਤਾ ਹੁੰਦਾ ਹੈ ਇੱਥੋਂ ਬਿਮਾਰੀ ਫੈਲਦੀ ਹੈ। ਸੋ ਸਾਨੂੰ ਇਹ ਸੋਚਣਾ ਪਏਗਾ ਕਿ ਨੌਨ ਵੈਜ ਜਿਹੜਾ ਅਸੀਂ ਖਾਂਦੇ ਹਾਂ, ਅਸੀਂ ਇਹਦੀ ਫਾਰਮਿੰਗ ਕਰਦੇ ਹਾਂ, ਤੇ ਸਾਡੇ ਅੰਦਰ ਇਹਦਾ ਮਤਲਬ ਅਸੀਂ ਫੀਲਿੰਗ ਨੂੰ ਮਾਰ ਕੇ ਖਾਂਦੇ ਹਾਂ। ਕਿਸੇ ਦੀ ਬੜੀ ਸੋਹਣੀ ਸੋਚ ਮੈਂ ਪੜ੍ਹੀ, ਉਹ ਕਹਿੰਦਾ ਵੀ ਜੇਕਰ ਸਲੌਟਰ ਹਾਊਸਿਸ ਦੇ ਸ਼ੀਸ਼ੇ ਦੇ ਬਣ ਜਾਣ ਨਾ, ਤੇ 90% ਲੋਕ ਮੀਟ ਖਾਣਾ ਬੰਦ ਕਰ ਦੇਣ। ਮੈਂ ਕਹਾਂਗਾ 99% ਲੋਕ। ਅਸੀਂ ਮੀਟ ਨੂੰ ਆਲੂ ਵਾਂਗੂ ਖਾਈ ਜਾਂਦੇ ਹਾਂ, ਆਲੂ ਤੇ ਪਨੀਰ ਵਾਂਗੂ। ਜੇ ਸਾਡੇ ਸਾਹਮਣੇ ਜੀਵਾਂ ਨੂੰ ਮਾਰਿਆ ਜਾਵੇ ਤੇ ਬਹੁਤੇ ਬੰਦੇ ਪਹਿਲਾਂ ਹੀ ਨਾ ਕਰ ਦੇਣ ਕਿ ਮੈਂ ਮੀਟ ਨਹੀਂ ਖਾਣਾ। ਉਹ ਸਾਨੂੰ next week. Yes sir. I want to thank you, all of you, for participating in the program. This is very enlightening discussion. ਕਿਉਂਕਿ ਇਸ ਤਰ੍ਹਾਂ ਹੀ this is real ਸੰਗਤ, ਜਿਹਦੇ ਵਿੱਚ ਅਸੀਂ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ, ਤੇ ਉਹਨਾਂ ਦੇ ਵਿੱਚੋਂ ਹੀ ਫਿਰ one thing leads to another, so we grow. ਤੇ ਜਿੰਨਾ ਚਿਰ ਸਾਡੀ ਜਿਹੜੀ ਗੁਰਬਾਣੀ ਵਿਚਾਰ ਨਹੀਂ ਕਰਾਂਗੇ ਅਸੀਂ, ਜਿਹਨੂੰ ਮਹਾਰਾਜ ਕਹਿੰਦੇ ਸਿੱਖਿਆ ਗੁਰ ਵਿਚਾਰ, ਤੇ ਜਿਹੜਾ ਸਾਡੇ ਅੱਜ ਕੱਲ੍ਹ ਜਿਹੜੇ ਗੁਰਦੁਆਰੇ ਵੀ ਹੈ, ਉਹਨਾਂ ਚੋਂ ਡਿਸਅਪੀਅਰ ਹੋ ਗਈ ਹੈ ਵਿਚਾਰ ਕਰਨੀ। ਜ਼ਿਆਦਾਤਰ ਕੀਰਤਨ ਮੈਰਾਥਨ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਹੁਣ ਚੱਲਦੀਆਂ ਰਹਿੰਦੀਆਂ ਨੇ। ਸੋ ਸਾਨੂੰ ਇਹ ਵਿਚਾਰ ਜਿਹੜਾ, ਜਿਵੇਂ ਅਸੀਂ ਗੱਲਾਂ ਬਾਤਾਂ ਕਰ ਰਹੇ, ਮੁੜ ਕੇ ਜ਼ਿੰਦਗੀ ਦੇ ਵਿੱਚ ਲਿਆਉਣ ਦੀ ਲੋੜ ਹੈ, ਤਾਂ ਕਿ ਅਸੀਂ ਇੱਕ ਦੂਜੇ ਦੀ ਮਦਦ ਦੇ ਨਾਲ ਸਤਸੰਗਤ ਕਰਦੇ ਹੋਈਏ ਆਪ ਗਰੋ ਕਰ ਸਕੀਏ, ਤੇ ਨਾਲੇ ਆਪਣਾ ਪਰਿਵਾਰ ਤੇ ਆਲਾ ਦੁਆਲਾ ਸੰਵਾਰ ਸਕੀਏ। ਸੋ ਥੈਂਕ ਯੂ ਅਗੇਨ ਫॉर ਪਾਰਟਿਸਿਪੇਸ਼ਨ. This ends the program. I want to say again to the people watching, thank you for watching the program, and please subscribe to this channel, Voice of Manavta, if you're already not doing, and also wherever you can help financially, please do it. Thank you again for your time, participants as well as the audience. Vaheguru Ji Ka Khalsa, Vaheguru Ji Ki Fateh. Thank you. Welcome.